ਹੈਲੋ ਸਤਿ ਸ਼੍ਰੀ ਅਕਾਲ ਸਾਰੇ ਮਾਈ ਵੀਜ਼ਾ ਦੇ ਸਰੋਤਿਆਂ ਨੂੰ। ਮੈਂ ਦੀਪ ਅਰੋੜਾ, ਮੈਨੇਜਿੰਗ ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼ ਕੁਮਾਰ ਮੰਡੀ ਤੋਂ। ਮੇਰਾ ਭਵਿੱਖ ਵਿਦੇਸ਼ ਵਿੱਚ ਦੇ ਮੰਚ ਤੋਂ ਫਿਰ ਦੁਬਾਰਾ ਤੁਹਾਡੇ ਨਾਲ ਰੂਬਰੂ ਆ। ਔਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਔਰ ਅੱਜ ਦਾ ਜਿਹੜਾ ਆਪਾਂ ਵਿਸ਼ਾ ਲੈ ਕੇ ਰੂਬਰੂ ਹੋਏ ਆ, ਇੰਟਰੈਕਟਿਡ ਹੋਏ ਆ, ਇੱਕ ਤਾਂ ਹੈ ਕਿ ਲਾਈਵ ਅਪਡੇਟਸ ਕਿ ਜਿਹੜਾ ਅੱਜ ਪੂਰੇ ਵਰਲਡ ਦੇ ਵਿੱਚ जो ਇਮੀਗ੍ਰੇਸ਼ਨ ਦੇ ਬੇਸਡ ਤੇ ਜੋ ਇਸ ਟਾਈਮ ਹਾਲਾਤ ਨੇ ਉਹਦੇ ਬਾਰੇ ਆਪਾਂ 2-4 ਮਿੰਟ ਗੱਲ ਕਰਦੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਕੈਨੇਡਾ ਦਾ ਵਿਜ਼ਟਰ ਵੀਜ਼ਾ ਬਾਰੇ ਗੱਲ ਕਰਾਂਗੇ, ਜਿਹੜਾ ਕਿ ਇੱਕ ਹੌਟ ਟੌਪਿਕ ਰਿਹਾ ਹੈ। ਮੈਕਸਿਮਮ ਕਾਲਸ ਜਿਹੜੀਆਂ ਨੇ ਜਾਂ ਤਾਂ ਉਹ ਸਟੱਡੀ ਵੀਜ਼ਾ ਕੈਨੇਡਾ ਬਾਰੇ ਆਉਂਦੀਆਂ ਨੇ ਜਾਂ ਵਿਜ਼ਟਰ ਵੀਜ਼ਾ ਕੈਨੇਡਾ ਬਾਰੇ ਆਉਂਦੀਆਂ ਨੇ। ਤਾਂ ਅੱਜ ਦਾ ਜਿਹੜਾ ਟੌਪਿਕ ਬਹੁਤ ਹੀ ਹੌਟ ਹੋਣ ਵਾਲਾ ਹੈ, ਕਿਉਂਕਿ ਇਸ ਟੌਪਿਕ ਦੇ ਵਿੱਚ ਜਿਹੜੇ ਮੇਰੇ ਫਰੈਂਡਸ ਕੈਨੇਡਾ ਟੂਰਿਜ਼ਮ ਬੇਸ ਤੇ ਜਾਣਾ ਚਾਹੁੰਦੇ ਨੇ ਜਾਂ ਇਨਵੀਟੇਸ਼ਨ ਤੇ ਬੇਸ ਤੇ ਜਾਣਾ ਚਾਹੁੰਦੇ ਨੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਔਰ ਇਹ ਬੜੇ ਵਿਸਥਾਰ ਨਾਲ ਗੱਲ ਹੋਣ ਵਾਲੀ ਹੈ। ਤੁਹਾਨੂੰ ਕਾਪੀ ਪੈਨ ਪੈਨਸਲ ਨਾਲ ਕੈਰੀ ਕਰਨਾ ਪਏਗਾ। ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਟਾਈਮ ਪੂਰੇ ਵਰਲਡ ਦੇ ਲਾਈਵ ਅਪਡੇਟਸ ਕੀ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਯੂਕੇ ਦੀ, ਕਿਉਂਕਿ ਯੂਕੇ ਦੇ ਵਿੱਚ ਲਾਕਡਾਊਨ ਦੀ ਪ੍ਰਕਿਰਿਆ ਚੱਲ ਰਹੀ ਹੈ। ਔਰ ਮੈਕਸਿਮਮ ਜਿਹੜੀਆਂ ਸਿਟੀਜ਼ ਨੇ ਯੂਨਾਈਟਿਡ ਕਿੰਗਡਮ ਦੀਆਂ, ਜਿਸ 'ਚ ਲੰਡਨ ਹੈ, ਬਰਮਿੰਗਮ ਹੈ, ਮੈਨਚੈਸਟਰਸ ਹੈ, ਲੈਸਟਰਸ ਨੇ, ਇਹ ਆਲਮੋਸਟ ਬੰਦ ਨੇ। ਔਰ ਕੋਈ ਵੀ ਉੱਥੇ ਕਾਲਜ ਜਾਂ ਜਿਹੜੀ ਯੂਨੀਵਰਸਿਟੀਜ਼ ਨੇ ਉਹ ਐਡਮਿਸ਼ਨਸ ਦੇ ਰਹੀਆਂ ਨੇ, ਬਟ ਫਲਾਈਟ ਨਹੀਂ ਹੋ ਰਹੀ। ਤਾਂ ਯੂਕੇ ਲਈ ਮੇਜਰ ਜਿਹੜੀ ਅਪਡੇਟਸ ਇਹ ਹੈ। ਓਵਰਆਲ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਫਲਾਈਟਸ ਨੇ ਡਿਊ ਟੂ ਕੋਵਿਡ ਇਹ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਦਰਵਾਈਜ਼ ਆਲ ਓਵਰ ਦ ਵਰਲਡ ਜੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਉਹ ਵੀ ਹਾਲੇ ਫਿਲਹਾਲ ਫਲਾਈਟਸ ਬੰਦ ਨੇ। ਵਿਜ਼ਟਰ ਵੀਜ਼ਾ ਦੀਆਂ ਵੀ ਫਲਾਈਟਸ ਬੰਦ ਨੇ, ਬਟ ਸਿਰਫ ਜਿੱਥੇ ਨਾਨ ਅਸੈਂਸ਼ੀਅਲ, ਜਿੱਥੇ ਨਾਨ ਆਪਸ਼ਨਲ ਕੈਟਾਗਰੀ ਆਉਂਦੀ ਹੈ, ਉਹ ਜਿਹੜੀ ਕੈਟਾਗਰੀ ਅਸੈਂਸ਼ੀਅਲ ਕੈਟਾਗਰੀ ਜਾਂ ਨਾਨ ਆਪਸ਼ਨਲ, ਇਹਦਾ ਮਤਲਬ ਹੁੰਦਾ ਕਿ ਜਿੱਥੇ ਥੋੜਾ ਸਰਦਾ ਹੀ ਨਹੀਂ ਹੈ। ਜਿਵੇਂ ਸਪੋਜ਼ ਕਿਸੇ ਦਾ ਕੋਈ PR ਲੱਗੀ ਹੈ ਜਾਂ ਵਰਕ ਪਰਮਿਟ ਹੈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ, ਉਹਨਾਂ ਲਈ ਇਹ ਫਲਾਈਟਸ ਅਲਾਉਡ ਨੇ। ਅਦਰਵਾਈਜ਼ ਹਾਲੇ ਕੋਈ ਵੀ ਆਲ ਓਵਰ ਜਿਹੜੀਆਂ ਫਲਾਈਟਸ ਨੇ ਉਹ ਨਹੀਂ ਚੱਲ ਰਹੀਆਂ। ਸੋ USA ਦਾ ਵੀ ਇਹੀ ਹਾਲ ਹੈ ਕਿ ਬਾਰਡਰ ਸੀਲ ਨੇ। ਐਂਡ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੀ, ਦੋਨੋਂ ਬਾਰਡਰਿੰਗ ਨੇਬਰਿੰਗ ਕੰਟਰੀਜ਼ ਨੇ। ਤੋ ਹਾਲੇ ਜੋ ਆਸਟ੍ਰੇਲੀਆ ਦੇ ਹਾਲ ਨੇ ਉਹੀ ਨਿਊਜ਼ੀਲੈਂਡ ਦੇ ਹਾਲ ਨੇ, ਹਾਲੇ ਫਿਲਹਾਲ ਬਾਰਡਰ ਸੀਲ ਨੇ। ਜੇ ਆਪਾਂ ਗੱਲ ਕਰੀਏ ਕੈਨੇਡਾ ਦੇ, ਤੁਹਾਨੂੰ ਪਤਾ ਕਿ ਮੌਂਟਰੀਅਲ ਦੇ ਵਿੱਚ 10 ਕਾਲਜਿਸ ਸਸਪੈਂਡਡ ਕੀਤੇ ਗਏ ਨੇ। ਔਰ 31 ਮਾਰਚ ਤੱਕ ਹਾਲੇ ਕੋਈ ਜਿਹੜੀ ਫਲਾਈਟਸ ਨੇ ਇਹਨਾਂ 10 ਕਾਲਜਿਸ ਲਈ ਇਹ ਪੋਸੀਬਿਲਿਟੀ ਨਹੀਂ ਹੋ ਬਣ ਗਿਆ, ਜਦ ਤੱਕ ਕਿ ਫਰਦਰ ਜਿਹੜਾ ਇਹ ਡਿਸੀਜਨ ਜਿਹੜੀ ਹੈ ਕਿਊਬਿਕ ਦੀ ਜਿਹੜੀ ਗਵਰਨਮੈਂਟ ਹੈ ਉਹ ਨਹੀਂ ਲੈਂਦੀ। ਸੋ ਬਾਕੀ ਮੈਂ ਗੱਲ ਕਰਦਾ ਯੂਰਪ ਕੰਟਰੀਜ਼ ਦੀ, ਉਹ ਵੀ ਹਾਲੇ ਬਾਰਡਰ ਸੀਲਸ ਨੇ। ਹਾਲੇ ਫਿਲਹਾਲ ਵੀ ਆਰ ਇਨਟੂ ਵੇਟ ਕਿ ਆਪਾਂ ਵੇਟਿੰਗ ਦੇ ਮੋਡ 'ਚ ਹੀ ਹਾਂ ਕਿ ਅਗਲੇ ਤਕਰੀਬਨ 1-1.5 ਮਹੀਨੇ ਤੱਕ ਬਾਰਡਰ ਪਰਮਾਤਮਾ ਕਰੇ ਕਿ ਖੁੱਲ ਜਾਣ ਔਰ ਫਲਾਈਟਸ ਜਿਹੜੀਆਂ ਨੇ ਉਹ ਪੋਸੀਬਲ ਹੋ ਜਾਣ। ਸੋ ਇਹ 2-4-5 ਮਿੰਟ ਦੇ ਵਿੱਚ ਗੱਲ ਕੀਤੀ ਹੈ ਕਿ ਓਵਰਆਲ ਜਿਹੜੀ ਇਸ ਟਾਈਮ ਪੋਜੀਸ਼ਨ ਹੈ ਆਲ ਓਵਰ ਵਰਲਡ। ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਦੀ ਜਾਂ ਵਿਜ਼ਟਰ ਵੀਜ਼ਾਸ ਦੀ, ਬਾਰਡਰ ਸੀਲ ਨੇ, ਸਟੱਡੀ ਵੀਜ਼ਾ ਲੱਗ ਰਹੇ ਨੇ, ਕੁਝ ਬਾਇਓਮੈਟ੍ਰਿਕ ਇਨਫੋਰਮੇਸ਼ਨ ਲੈਟਰ ਵੀ ਆ ਰਹੇ ਨੇ, PPR ਹਾਲੇ ਵੇਟਿੰਗ ਦੇ ਵਿੱਚ ਨੇ। ਕਈ ਸਟੂਡੈਂਟਸ ਜਿਹੜੇ ਨੇ ਮੈਨੂੰ ਮੇਲ ਕਰਦੇ ਨੇ ਜਾਂ ਕਾਲਸ ਕਰਦੇ ਨੇ ਕਿ ਸਰ ਇਨਫੋਰਮੇਸ਼ਨ ਜਿਹੜੀ ਬਾਇਓਮੈਟ੍ਰਿਕ ਹੈ ਉਹ ਤਾਂ ਅਸੀਂ ਸਬਮਿਟ ਕਰਾਤੀ ਹੋਈ ਹੈ, ਵੀਜ਼ਾ ਜਾਂ ਪਾਸਪੋਰਟ ਦੀ ਰਿਕੁਐਸਟ ਕਰੋ ਆਏਗੀ। ਤਾਂ ਫਿਲਹਾਲ ਅਨਸਰਟੇਨਟੀ ਹੈ, ਕਿਸੇ ਨੂੰ ਹਾਲੇ ਐਗਜ਼ੈਕਟ ਕੁਝ ਨਹੀਂ ਪਤਾ। ਸੋ ਉਮੀਦ ਕੀਤੀ ਜਾਂਦੀ ਹੈ ਕਿ ਇਸ ਮਹੀਨੇ ਦੇ ਲਾਸਟ ਵਿੱਚ ਤੁਹਾਨੂੰ ਜਿਹੜੀਆਂ ਨੇ ਪਾਸਪੋਰਟ ਰਿਕੁਐਸਟ ਆਉਣੀਆਂ ਸ਼ੁਰੂ ਹੋ ਜਾਣਗੀਆਂ। ਖੈਰ, ਸੋ ਹੁਣ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਆਪਾਂ ਲੈ ਕੇ ਅੱਜ ਮਾਈ ਵੀਜ਼ਾ ਤੁਹਾਡੇ ਅੱਗੇ ਆਇਆ ਹੈ, ਉਹ ਇਹ ਹੈ ਕਿ ਕੈਨੇਡਾ ਦਾ ਵਿਜ਼ਟਰ ਵੀਜ਼ਾ। ਤੋਂ ਨਾਲ ਇਹਨੂੰ ਸ਼ੇਅਰ ਕਰੀਓ, ਕਿਉਂਕਿ ਤੁਹਾਡੀਆਂ ਜਿਹੜੀਆਂ ਸਾਡੀ ਲਾਸਟ ਵੀਡੀਓਜ਼ ਨੇ, ਜਿਹੜੇ ਸਾਡੇ ਲਾਸਟ ਲਾਈਵਸ ਹੋਏ ਨੇ, ਉਹ ਵੀ ਤੁਸੀਂ ਬਹੁਤ ਜ਼ਿਆਦਾ ਸ਼ੇਅਰਸ ਕੀਤੇ ਨੇ। ਤੇ ਅਸੀਂ ਤੁਹਾਡੀ ਜਿਹੜਾ ਦੇਣਾ ਹੈ ਅਸੀਂ ਆਪਣੀ ਸ਼ਬਦਾਵਲੀ ਨਾਲ ਨਹੀਂ ਦੇ ਸਕਦੇ। ਤੁਸੀਂ ਬਹੁਤ ਫੇਥ ਔਰ ਟਰਸਟ ਕਰਦੇ ਹੋ ਮਾਈ ਵੀਜ਼ਾ ਓਵਰਸੀਜ਼ ਕੁਮਾਰ ਮੰਡੀ ਲੁਧਿਆਣਾ ਤੇ। ਔਰ ਸਾਡੀ ਫਿਲਹਾਲ ਕੋਈ ਬ੍ਰਾਂਚ ਨਹੀਂ ਹੈ। ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਲਟੀਪਲ ਲੋਕੇਸ਼ਨ ਦੇ ਵਿੱਚ ਕੁਝ ਬ੍ਰਾਂਚਿਸ ਓਪਨ ਕਰਾਂਗੇ। ਉਹਦੀ ਤੁਹਾਨੂੰ ਅਸੀਂ ਜਿਹੜੀ ਇੰਟੀਮੇਸੀ ਹੈ ਉਹ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਿੱਥੇ ਅਸੀਂ ਬ੍ਰਾਂਚਿਸ ਨੇ ਉਹ ਓਪਨ ਕਰਨ ਜਾ ਰਹੇ ਹਾਂ। ਫਿਲਹਾਲ ਮਾਈ ਵੀਜ਼ਾ ਓਵਰਸੀਜ਼ ਲੁਧਿਆਣਾ ਦੇ ਵਿੱਚ ਕੁਮਾਰ ਮੰਡੀ ਤੋਂ ਹੀ ਆਪਰੇਟ ਕਰ ਰਹੇ ਹਾਂ। ਖੈਰ, ਹੁਣ ਗੱਲ ਸ਼ੁਰੂ ਕਰਦੇ ਹਾਂ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ। ਪਹਿਲਾਂ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਜਿਹੜਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈ, ਜਿਹੜੀ ਸੀ ਗੱਲ ਮੈਂ ਤੁਹਾਨੂੰ ਅਗਲੇ 20-25 ਮਿੰਟ 'ਚ ਕਰਨ ਜਾ ਰਿਹਾ ਵਾਂ,
ਉਹਦੇ ਵਿੱਚ ਕੁਝ ਸਾਡੀਆਂ ਆਪਣੇ ਪਰਸਨਲ ਜਿਹੜੇ ਐਕਸਪੀਰੀਅੰਸ ਹੁੰਦੇ ਨੇ ਵੀਜ਼ਾ ਨੂੰ ਲੈ ਕੇ ਉਹ ਨਾਲ ਚੱਲਦੇ ਨੇ, ਕਿਉਂਕਿ ਜਦੋਂ ਐਮਬੈਸੀ ਵਾਲੇ ਸਾਨੂੰ ਕਾਲ ਕਰਦੇ ਨੇ, ਜਿਹੜੇ ਲੁਧਿਆਣਾ ਦੇ ਜਾਂ ਪੰਜਾਬ ਦੇ ਪ੍ਰੋਮੀਨੈਂਟ ਕੰਸਲਟੈਂਟ ਹੁੰਦੇ ਨੇ, ਇਮੀਗ੍ਰੇਸ਼ਨ ਕੰਸਲਟੈਂਟ ਹੁੰਦੇ ਨੇ, ਉਹਨੂੰ ਐਮਬੈਸੀ ਵਾਲੇ ਵੀ ਕਾਲ ਕਰਦੇ ਨੇ। ਜਦੋਂ ਸਾਨੂੰ ਬੁਲਾਇਆ ਜਾਂਦਾ ਹੈ ਤਾਂ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਹੜੇ ਪੈਰਾਮੀਟਰ ਤੇ ਐਪਲੀਕੇਸ਼ਨਸ ਨੂੰ ਜੱਜ ਕਰਨਾ ਹੈ, ਤਾਂ ਕਿ ਉਹਨਾਂ ਦਾ ਜਿਹੜਾ ਕੰਮ ਹੈ ਉਹ ਥੋੜਾ ਈਜ਼ੀ ਹੋ ਜਾਵੇ ਔਰ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਗ੍ਰਾਂਟ ਹੋ ਜਾਵੇ। ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਰ ਮੈਂ ਫॉर एग्जांपल ਨੈਕਸਟ ਮੰਥ ਲਾਸਟ ਵਿੱਚ ਮੇਰੇ ਕਿਸੇ ਉੱਥੇ ਕੋਈ ਬਰਥਡੇ ਹੈ ਜਾਂ ਕੋਈ ਜ਼ਰੂਰੀ ਕੰਮ ਹੈ, ਤਾਂ ਮੈਂ ਸਰ ਇਸ ਮਹੀਨੇ ਅਪਲਾਈ ਕਰਦੇ ਹਾਂ, ਤੇ ਕਿਉਂਕਿ ਪ੍ਰੋਸੈਸਿੰਗ ਟਾਈਮ ਤਾਂ ਮਹੀਨੇ ਦਾ ਹੈ ਵਿਜ਼ਟਰ ਵੀਜ਼ਾ ਦਾ, ਤੇ ਮੈਨੂੰ 1 ਮਹੀਨਾ ਪਹਿਲਾਂ ਅਪਲਾਈ ਕਰ ਦਵਾਂ ਤਾਂ ਠੀਕ ਹੈ। ਅਸੀਂ ਇਹੀ ਕਹਿੰਦੇ ਆ ਕਿ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਅਪਲਾਈ ਕਰੋ। ਸਾਨੂੰ ਜਿਹੜੇ ਐਮਬੈਸੀ ਆਫੀਸਰਸ ਨੇ, ਜਿਹੜੇ ਵੀਜ਼ਾਸ ਆਫੀਸਰਸ ਨੇ, ਉਹ ਵੀ ਸਾਨੂੰ ਇਹੀ ਗਾਈਡ ਕਰਦੇ ਨੇ। ਐਜ਼ ਏ ਇਮੀਗ੍ਰੇਸ਼ਨ ਕੰਸਲਟੈਂਟ ਮੈਂ ਵੀ ਤੁਹਾਨੂੰ ਗਾਈਡ ਕਰਾਂਗਾ ਕਿ ਕਦੀ ਵੀ ਤੁਸੀਂ ਕਿਸੇ ਵੀ ਕੰਟਰੀ, ਚਾਹੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਜਾਣਾ ਹੋਵੇ, ਕੋਸ਼ਿਸ਼ ਕਰੋ ਕਿ 6 ਮਹੀਨੇ ਪਹਿਲਾਂ, 5-6 ਮਹੀਨੇ ਪਹਿਲਾਂ ਤੁਸੀਂ ਆਪਣਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰੋ, ਤਾਂ ਚਾਂਸਿਸ ਉਹਦੇ ਵੀ ਵੱਧ ਜਾਂਦੇ ਨੇ। ਹੁਣ ਆਪਾਂ ਗੱਲ ਕਰਾਂਗੇ, ਸਟੈਪ ਬਾਈ ਸਟੈਪ ਗੱਲ ਕਰਾਂਗੇ ਕਿ ਕੈਨੇਡਾ ਦਾ ਜਿਹੜਾ ਵੀਜ਼ਾ ਹੈ, ਵਿਜ਼ਟਰ ਵੀਜ਼ਾ, ਉਹ ਕਿਹੜੇ ਮੇਨ ਜਿਹੜੇ ਪੁਆਇੰਟਸ ਨੇ ਉਹ ਦਿਮਾਗ 'ਚ ਰੱਖਣੇ ਸਾਨੂੰ ਚਾਹੀਦੇ ਨੇ। ਸੋ ਪਹਿਲਾ ਪੁਆਇੰਟ ਤਾਂ ਹੈ ਕਿ ਸਾਨੂੰ ਉੱਥੋਂ ਜ਼ਿਆਦਾ ਇਨਵੀਟੇਸ਼ਨ ਆ ਜਾਵੇ, ਮਤਲਬ ਇਨਵੀਟੇਸ਼ਨ ਆ ਜਾਵੇ ਜਾਂ ਸਪਾਂਸਰਸ਼ਿਪ ਆ ਜਾਵੇ ਸਾਨੂੰ ਕੈਨੇਡਾ ਦੇ ਵਿੱਚੋਂ। ਜੇ ਸਪੋਜ਼ ਸਾਡਾ ਕੋਈ ਰਿਲੇਟਿਵਸ ਜਾਂ ਫਰੈਂਡ ਕੈਨੇਡਾ ਦੇ ਵਿੱਚ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ 5-4 ਮਿੰਟ। ਸੈਕਿੰਡ ਆਪਾਂ ਗੱਲ ਕਰਾਂਗੇ ਜਿਹਨਾਂ ਨੇ ਹੋਟਲ ਬੇਸ ਤੇ, ਹੋਟਲ ਬੁਕਿੰਗ ਦੇ ਬੇਸ ਤੇ ਜਾਣਾ, ਉਹ ਕਿਸ ਤਰ੍ਹਾਂ ਜਾ ਸਕਦੇ ਨੇ। 2 ਗੱਲਾਂ ਹੋ ਗਈਆਂ। ਤੀਜੀ ਆਪਾਂ ਗੱਲ ਕਰਾਂਗੇ ਕਿ ਏਜ ਫੈਕਟਰ, ਕਿ ਜਿਵੇਂ ਸਪੋਜ਼ ਕਿਸੇ ਦੀ ਏਜ 30 ਸਾਲ ਤੋਂ ਘੱਟ ਹੈ, ਉਹ ਕਿਵੇਂ ਜਾ ਸਕਦਾ। 30 ਸਾਲ ਤੋਂ ਲੈ ਕੇ 45 ਸਾਲ ਦਾ ਜਿਹੜਾ ਇੱਕ ਕਲਾਇੰਟ ਹੈ ਜਾਂ ਜਿਹੜਾ ਜਿਹਨੇ ਵਿਜ਼ਿਟ ਕਰਨਾ ਹੈ ਕੈਨੇਡਾ ਦੇ ਵਿੱਚ, ਚਾਹੇ ਉਹ ਮੇਲ ਹੈ ਫੀਮੇਲ ਹੈ, ਉਹਨੂੰ ਕੀ ਕ੍ਰੈਡੈਂਸ਼ੀਅਲਸ ਦਿਖਾਣੇ ਪੈਂਦੇ ਨੇ। ਜਾਂ ਜਿਹੜਾ 50 ਸਾਲ ਜਾਂ ਉਸ ਤੋਂ ਉੱਪਰ ਦੀ ਕੈਟਾਗਰੀ ਆਉਂਦੀ ਹੈ, ਜਿਹਨੂੰ ਆਪਾਂ ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਕਹਿੰਦੇ ਆ ਕਿ ਵੀਜ਼ਾਸ ਦੇ ਚਾਂਸਿਸ ਮੈਕਸਿਮਮ ਹੋ ਜਾਂਦੇ ਨੇ, ਉਹ ਕਿਵੇਂ। ਸੋ 3 ਗੱਲਾਂ ਕਰਾਂਗੇ, 30 ਸਾਲ ਤੋਂ ਪਹਿਲਾਂ, 30 ਤੋਂ 45 ਜਾਂ 45 ਤੋਂ ਉੱਪਰ ਔਨਵਰਡਸ, ਕਿ ਉਹਦੀ ਉਮਰ 50, 60, 70 ਸਾਲ ਹੋ ਗਈ ਹੈ। ਸੋ ਐਗਜ਼ੈਕਟਲੀ ਕੋਈ ਇਹਦਾ ਪੈਰਾਮੀਟਰ ਨਹੀਂ ਹੁੰਦਾ। ਜੇ ਸਪੋਜ਼ ਮੈਂ ਗੱਲ ਕਰਾਂ ਕਿ 19-20 ਸਾਲ ਦੇ ਲੜਕੇ ਦਾ ਵਿਜ਼ਟਰ ਵੀਜ਼ਾ ਨਹੀਂ ਲੱਗ ਸਕਦਾ ਔਰ 45-50 ਸਾਲ ਦੇ ਜਿਹੜਾ ਇੱਕ ਪਰਸਨ ਹੈ ਉਹਦਾ ਵੀਜ਼ਾ ਲੱਗ ਸਕਦਾ, ਇਹ ਕੋਈ ਜ਼ਰੂਰੀ ਗੱਲ ਨਹੀਂ ਹੁੰਦੀ। ਦੇਰ ਆਰ ਸੋ ਮੈਨੀ ਪੈਰਾਮੀਟਰਸ, ਜਿਹੜੇ ਫੈਕਟਰਸ ਨੇ ਜਿਹੜੇ ਕਿ ਇੱਥੇ ਡਿਪੈਂਡ ਕਰਦੇ। ਜਦੋਂ ਸਾਡੀ ਵੀ ਇੰਟਰੈਕਸ਼ਨ ਹੁੰਦੀ ਹੈ ਐਮਬੈਸੀਜ਼ ਆਫੀਸਰਸ ਦੇ ਨਾਲ, ਉਹ ਵੀ ਸਾਨੂੰ ਦੱਸਦੇ ਨੇ ਕਿ ਇੱਕ ਫੈਕਟਰ ਦੇ ਬੇਸ ਤੇ ਵੀਜ਼ਾ ਨਹੀਂ ਲੱਗਦਾ। ਜਿਵੇਂ ਸਪੋਜ਼ ਕੋਈ ਕਹਿੰਦਾ ਕਿ ਮੈਂ ਜੀ 5-10 ਲੱਖ ਰੁਪਏ ਇਕੱਠਾ ਬੈਂਕ 'ਚ ਪਾ ਦਿੰਦਾ ਵਾ ਜੀ, ਮੇਰੇ ਕੋਲ 10 ਲੱਖ ਰੁਪਏ ਜੀ, ਮੇਰਾ ਤਾਂ ਵੀਜ਼ਾ ਲੱਗ ਜਾਣਾ। ਮੇਰੇ ਕੋਲ ਜੀ 2 ਕਰੋੜ ਦੀ ਪ੍ਰਾਪਰਟੀ ਹੈ ਜੀ, ਮੇਰਾ ਤਾਂ ਵੀਜ਼ਾ ਲੱਗ ਜਾਣਾ। ਇੱਕ ਸਿੰਗਲ ਫੈਕਟਰ ਜਾਂ 2 ਫੈਕਟਰਸ ਦੇ ਨਾਲ ਵੀਜ਼ਾਸ ਨਹੀਂ ਗ੍ਰਾਂਟ ਹੁੰਦੇ। ਸੋ ਦੇਰ ਆਰ ਸੋ ਮੈਨੀ ਫੈਕਟਰਸ ਜਿਹੜੇ ਕਿ ਵੀਜ਼ਾ ਆਫਿਸਰ ਜਿਹੜੇ ਦੇਖਦੇ ਨੇ। ਕੋਸ਼ਿਸ਼ ਇਹ ਕਰਦੇ ਆ, ਕੁਝ ਮੇਰੇ ਆਪਣੇ ਵਿਚਾਰ ਹੋਣਗੇ, ਕਈਆਂ ਨੂੰ ਹੋ ਸਕਦਾ ਕਿ ਕੋਈ ਇਹ ਸੋਚ ਸਕਦੇ ਆ ਕਿ ਸਰ ਚੈੱਕਲਿਸਟ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ, ਤੁਸੀਂ ਕਿਵੇਂ ਕਹਿ ਸਕਦੇ ਹੋ। ਕਈ ਜਿਹੜੇ ਕੇਸਿਸ ਨੇ ਉਹ ਰੇਅਰ ਆਫ ਦਾ ਰੇਅਰੈਸਟ ਕੇਸਿਸ ਹੁੰਦੇ ਨੇ, ਉਹ ਉਹਨਾਂ ਦਾ ਵੀਜ਼ਾਸ ਵੀ ਲੱਗ ਜਾਂਦਾ। ਤਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਤੇ ਗੱਲ ਕਰਾਂਗੇ ਤਾਂ ਕਿ ਕਿਸੇ ਵੀ ਕਿਸਮ ਦੀ ਤੁਹਾਡੀ ਕੋਈ ਡਾਊਟਸ ਨੇ ਉਹ ਨਾ ਰਹਿਣ। ਚਲੋ ਪਹਿਲਾਂ ਗੱਲ ਕਰਦੇ ਹਾਂ ਇਨਵੀਟੇਸ਼ਨਸ ਤੇ। ਜੇ ਇੱਕ ਪਰਸਨ ਹੈ, ਉਹਨੇ ਇਨਵੀਟੇਸ਼ਨਸ ਤੇ ਕੈਨੇਡਾ ਜਾਣਾ, ਤੇ ਉਹਦੇ ਲਈ ਕੀ ਡਾਕੂਮੈਂਟ ਚਾਹੀਦੇ ਨੇ। ਸਭ ਤੋਂ ਪਹਿਲੀ ਗੱਲ, ਜਿਹੜੇ ਬੁਲਾ ਰਹੇ ਨੇ ਉਹਨਾਂ ਦਾ ਉੱਥੇ ਸਟੇਟਸ ਕੀ ਹੈ। क्या ਉਹ ਉੱਥੇ ਸਟੱਡੀ ਵੀਜ਼ਾ ਤੇ ਨੇ, ਜਾਂ ਉੱਥੇ ਉਹ ਵਰਕ ਪਰਮਿਟ ਤੇ ਨੇ, ਜਾਂ ਉਹ ਉਹਨਾਂ ਦੀ ਉੱਥੇ ਪਰਮਨੈਂਟ ਰੈਜ਼ੀਡੈਂਸੀ ਹੈ ਜਾਂ ਸਿਟੀਜ਼ਨਸ਼ਿਪ ਹੈ। तो मैक्सिमम कोशिश होती है कि ਜਿਹੜੇ ਤਾਂ ਸਟੂਡੈਂਟ ਨੇ ਜਾਂ ਜਿਹੜੇ ਵਰਕ ਪਰਮਿਟ ਨੇ ਉਹ ਇਨਵੀਟੇਸ਼ਨ ਨਹੀਂ ਦੇ ਸਕਦੇ। ਇਹ ਗੱਲ ਥੋੜੀ ਧਿਆਨ ਚ ਰੱਖਿਓ, ਕਿਉਂਕਿ ਜਿਹੜੇ ਤਾਂ ਤੁਹਾਨੂੰ ਸਿਟੀਜ਼ਨ ਨੇ ਜਾਂ PR ਨੇ, ਪਰਮਨੈਂਟ ਰੈਜ਼ੀਡੈਂਸੀ ਹੈਗੀ ਹੈ, ਉਹੀ ਤੁਹਾਨੂੰ ਇਨਵੀਟੇਸ਼ਨ ਦੇ ਸਕਦੇ ਨੇ। ਤਾਂ ਕੀ ਡਾਕੂਮੈਂਟ ਕੀ ਦੇਣੇ ਨੇ ਉਹ ਨੋਟ ਕਰ ਲਓ ਕਾਪੀ ਪੈਨਸਿਲ ਲੈ ਕੇ। ਪਹਿਲਾ ਸਭ ਤੋਂ ਪਹਿਲਾ ਡਾਕੂਮੈਂਟ ਹੈ ਕਿ ਇਨਵੀਟੇਸ਼ਨ ਲੈਟਰ that should be notarized by oath commissioner। तो oath commissioner ਵੱਲੋਂ ਉਹ ਜਿਹੜਾ ਇਨਵੀਟੇਸ਼ਨ ਲੈਟਰ ਹੈ ਉਹ ਅਟੈਸਟ ਹੋਣਾ ਚਾਹੀਦਾ। ਜੇ ਤਾਂ ਉੱਥੇ ਕੋਈ ਬਰਥਡੇ ਪਾਰਟੀ ਹੈ ਤਾਂ ਬਰਥਡੇ ਪਾਰਟੀ ਕਿੱਥੇ ਹੈ, ਕਿਹੜੇ ਵੈਨਿਊ ਤੇ ਹੈ, ਤਾਂ ਉਹਦਾ ਸਾਨੂੰ ਪ੍ਰੂਫ ਚਾਹੀਦਾ ਹੁੰਦਾ। ਮੰਨ ਲਓ ਕਿਸੇ ਬੈਂਕੁਏਟ ਹਾਲ ਦੇ ਵਿੱਚ ਉਹ ਪਾਰਟੀ ਹੋ ਰਹੀ ਹੈ ਤਾਂ ਉਹਦਾ ਸਾਨੂੰ ਪ੍ਰੂਫ ਚਾਹੀਦਾ। ਮੈਰਿਜ ਪਾਰਟੀ ਜਿੱਥੇ ਹੋ ਰਹੀ ਹੈ ਉਹਦਾ ਪ੍ਰੂਫ ਚਾਹੀਦਾ। ਤਾਂ ਉਹਦਾ ਸਪੈਸ਼ਲ ਕਾਜ਼ ਕੀ ਹੈ, ਪਰਪਸ ਕੀ ਹੈ, ਉਹਦਾ ਸਾਨੂੰ ਜਿਹੜਾ ਪ੍ਰੂਫ ਹੈ ਉਹ ਚਾਹੀਦਾ ਹੁੰਦਾ। ਤਾਂ ਪਹਿਲਾ ਹੋ ਗਿਆ ਇਨਵੀਟੇਸ਼ਨ ਲੈਟਰ। दूसरा हो गया कि ਜਿਹੜੇ ਜਗ੍ਹਾ ਤੇ ਉਹ ਇਵੈਂਟ ਹੈਪਨਿੰਗ ਹੋ ਰਹੀ ਹੈ ਉਹਦਾ ਪ੍ਰੂਫ ਚਾਹੀਦਾ ਹੁੰਦਾ। ਥਰਡ ਜਿਹੜਾ ਪ੍ਰੂਫ ਹੈ, ਜਿਹੜਾ ਬਹੁਤ ਹੀ ਇੰਪੋਰਟੈਂਟ ਹੈ, ਉਹ ਹੈ ਕਿ ਜਿਹੜਾ ਪਰਸਨ ਤੁਹਾਨੂੰ ਬੁਲਾ ਰਿਹਾ ਹੈ ਉਹਦੀ ਫਾਈਨੈਂਸ਼ੀਅਲ ਕ੍ਰੈਡੈਂਸ਼ੀਅਲਸ ਕੈਸੇ ਨੇ, ਉਹਦੀ ਸਟੇਟਸ ਕੈਸਾ, ਉਹਦਾ ਕਿਆ ਤੁਹਾਨੂੰ ਉੱਥੇ ਰੱਖ ਸਕਦਾ 5, 7, 10 ਦਿਨ, 20 ਦਿਨ, ਮਹੀਨਾ, 2 ਮਹੀਨੇ, ਜੋ ਤੁਸੀਂ ਰਹਿਣਾ ਚਾਹੁੰਦੇ ਹੋ, ਕਿਆ ਉਹਨਾਂ ਕੋਲ ਐਸੇ ਫਾਈਨਾਂਸ ਹੈਗੇ ਨੇ ਕਿ ਤੁਹਾਨੂੰ ਰੱਖ ਸਕਦੇ ਨੇ। ਜਿਵੇਂ
ਜੇ ਜਿਸ ਮਕਾਨ 'ਚ ਰਹਿ ਰਹੇ ਨੇ ਉਹਦੀ ਉਹਨਾਂ ਨੂੰ ਜ਼ਿਆਦਾ, ਜੇ ਰੈਂਟ ਤੇ ਨੇ ਤਾਂ ਰੈਂਟ ਡੀਡ ਦਿਓ, ਜੇ ਉਹ ਆਪਣਾ ਮਕਾਨ ਹੈ ਤਾਂ ਜੋ ਵੀ ਰਜਿਸਟ੍ਰੇਸ਼ਨ ਦੇ ਕਾਗਜ਼ ਨੇ ਉਹ ਦਿਖਾਣੇ ਪੈਂਦੇ ਨੇ। ਉਸ ਤੋਂ ਬਾਅਦ ਜੇ ਉਹਨਾਂ ਦੇ ਕੋਈ ਟੈਕਸਿਸ ਨੇ ਉਹ ਦਿਖਾ ਦਿਓ। ਉਸ ਤੋਂ ਬਾਅਦ ਟੈਕਸਿਸ ਦੇ ਨਾਲ ਨਾਲ ਜੇ ਉਹਨਾਂ ਦਾ ਸਪੋਜ਼ ਕੋਈ ਬੈਂਕਿੰਗ ਰਿਕਾਰਡ ਹੈ ਉਹ ਦਿਖਾ ਸਕਦੇ ਨੇ। ਸੋ ਮੈਕਸਿਮਮ ਕੋਸ਼ਿਸ਼ ਹੁੰਦੀ ਕਿ ਜਿੱਥੇ ਕੰਮ ਕਰਦੇ ਨੇ ਉੱਥੋਂ ਦੇ ਲੈਟਰਸ ਦਿਖਾਣੇ ਪੈਂਦੇ ਨੇ ਕਿ ਕਿੰਨੇ ਆਵਰਸ ਕੰਮ ਕਰਦੇ ਨੇ, ਕੀ ਪੋਜੀਸ਼ਨ ਆ ਉੱਥੇ। ਤੋਂ ਜਿਹੜਾ ਵੀਜ਼ਾ ਅਫਸਰ ਹੈ, ਜਿਹੜਾ ਐਮਬੈਸੀਜ਼ ਦੇ ਵਿੱਚ ਲੋਕ ਬੈਠੇ ਹੁੰਦੇ ਨੇ, ਉਹ ਦੇਖਦੇ ਨੇ ਕਿ ਜਿਹੜਾ ਤੁਹਾਨੂੰ ਬੁਲਾ ਰਿਹਾ ਹੈ ਉਹਦਾ ਫਾਈਨਾਂਸ ਕਿਸ ਲੈਵਲ ਦਾ ਹੈ। ਤੋਂ ਪਹਿਲੀ ਗੱਲ ਤਾਂ ਇਹ ਹੋਗੀ ਕਿ ਜਿਹੜੇ ਤੁਹਾਨੂੰ ਉੱਥੋਂ ਦੀ ਇਨਵਾਈਟ ਕਰਨਗੇ ਉਹਨਾਂ ਦਾ ਫਾਈਨੈਂਸ਼ੀਅਲ ਕ੍ਰੈਡੈਂਸ਼ੀਅਲਸ ਕਿੱਦਾਂ ਨੇ, ਮਤਲਬ ਫਾਈਨਾਂਸ ਕੈਸਾ ਹੈਗਾ, ਜਾਂ ਉਹਨਾਂ ਦਾ ਸੋਸ਼ਲ ਲੈਵਲ ਕਿੱਦਾਂ ਹੈਗਾ, ਕਿ ਉਹਨਾਂ ਦੇ ਕੋਈ FIR ਤਾਂ ਨਹੀਂ ਹੋਈ, ਕਿਆ ਉਹ ਪੁਲਿਸ ਦਾ ਕੋਈ ਉਹਨਾਂ ਦਾ ਕੇਸ ਤਾਂ ਨਹੀਂ ਚੱਲਦਾ ਪਿਆ। ਤੋਂ ਕਈ ਫੈਕਟਰਸ ਇਹਦੇ ਵਿੱਚ ਕੰਮ ਕਰਦੇ ਨੇ। ਹੁਣ ਗੱਲ ਆ ਗਈ ਕਿ ਤੁਸੀਂ ਕਿਹੜੇ ਡਾਕੂਮੈਂਟ ਦੇਣੇ ਨੇ। ਇਹ ਤਾਂ ਹੋ ਗਏ ਉਹਨਾਂ ਦੇ ਡਾਕੂਮੈਂਟ। ਹੁਣ ਤੁਸੀਂ ਕਿਹੜੇ ਡਾਕੂਮੈਂਟ ਦੇਣੇ ਨੇ। ਪਹਿਲਾ ਡਾਕੂਮੈਂਟ ਜਿਹੜਾ ਬਹੁਤ ਜ਼ਰੂਰੀ ਹੈ ਉਹ ਹੈ ਤੁਹਾਡੀ ਫਾਈਨੈਂਸ਼ੀਅਲ ਕ੍ਰੈਡੈਂਸ਼ੀਅਲ, ਜਿਹਦੇ ਵਿੱਚ ਆ ਗਈ ਤੁਹਾਡੀ ITR, ਇਨਕਮ ਟੈਕਸ ਰਿਟਰਨ। ਇਨਕਮ ਟੈਕਸ ਰਿਟਰਨ ਦਾ ਮਤਲਬ ਹੁੰਦਾ ਕਿ ਤੁਸੀਂ ਇੱਥੇ ਤੁਹਾਡੀ ਆਮਦਨੀ ਦਾ ਸੋਰਸ ਕੀ ਹੈ, ਕਿਵੇਂ ਕਮਾਉਂਦੇ ਹੋ, ਉਹ ਤੁਹਾਨੂੰ ਨਾਲ ਦੇਣੀ ਪੈਂਦੀ ਹੈ। ਉਹ 3 ਸਾਲ ਦਾ ਤੁਹਾਨੂੰ ਇਨਕਮ ਟੈਕਸ ਰਿਟਰਨ ਦੇਣਾ ਪੈਂਦਾ। ਹੁਣ ਇਹਦੇ ਵਿੱਚ ਸਿਰਫ ਜਿਹੜਾ ਸਪੋਜ਼ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਤੁਹਾਡੇ ਕੋਲ ਇਨਕਮ ਟੈਕਸ ਰਿਟਰਨ ਹੈ। ਜੇ ਤੁਸੀਂ ਜੌਬ ਕਰਦੇ ਹੋ, ਲੈਟਸ ਸਪੋਜ਼ ਕੋਈ ਪ੍ਰਾਈਵੇਟ ਲਿਮਿਟਡ ਕੰਪਨੀ ਜੌਬ ਕਰਦੇ ਹੋ ਜਾਂ ਤੁਸੀਂ ਲਿਮਿਟਡ ਕੰਪਨੀ ਜੌਬ ਕਰਦੇ ਹੋ, ਤੇ ਤੁਸੀਂ ਫਾਰਮ 16 ਫਾਰਮ 16 ਤੁਸੀਂ ਨਾਲ ਅਟੈਚ ਕਰ ਸਕਦੇ ਹੋ। ਉਹਦੇ ਨਾਲ ਤੁਹਾਡੇ TDS ਕਿਵੇਂ ਕਰਦੇ ਨੇ, ਜਾਂ ਤੁਹਾਡਾ ਸਾਰਾ ਜਿਹੜਾ ਟੈਕਸੇਸ਼ਨ ਦਾ ਵੇਰਵਾ ਹੈ ਉਹ ਤੁਹਾਡਾ ਆ ਜਾਂਦਾ ਹੈ। ਜੇ ਤੁਸੀਂ ਕਿਸਾਨ ਹੋ ਤਾਂ ਤੁਸੀਂ ਜੇ ਫਾਰਮ ਜਿਹੜਾ ਹੈ, ਜਮ੍ਹਾਂਬੰਦੀ ਜਿਹੜਾ ਫਾਰਮ ਹੈ ਉਹ ਨਾਲ ਅਟੈਚ ਕਰ ਸਕਦੇ ਹੋ। ਬਟ ਕੋਸ਼ਿਸ਼ ਕਰੋ ਕਿ ਇਹ 3-3 ਸਾਲ ਪੁਰਾਣੇ ਹੀ ਡਾਕੂਮੈਂਟਸ ਹੋਣ, ਤਾਂ ਕਿ ਤੁਹਾਨੂੰ ਇਹ ਆਪਣਾ ਪ੍ਰੂਵ ਕਰਨਾ ਹੋਵੇ ਕਿ ਜਿੱਥੇ ਮੈਂ ਜਾ ਰਿਹਾ ਵਾਂ ਉਹ ਕਿ ਮੇਰੇ ਕੋਲ ਇੰਨੇ ਸਫੀਸ਼ੀਐਂਟ ਫੰਡਸ ਨੇ। ਚਾਹੇ ਤੁਹਾਨੂੰ ਕੋਈ ਇਨਵਾਈਟ ਹੀ ਕਰ ਰਿਹਾ ਕਿ ਮੇਰੇ ਕੋਲ ਇੰਨੇ ਸਫੀਸ਼ੀਐਂਟ ਫੰਡ ਹੈਗੇ ਨੇ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਉੱਥੇ ਕੋਈ ਸਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਖੁਦ ਮੈਨੇਜ ਕਰ ਸਕਦਾ ਜਾਂ ਕਰ ਸਕਦੀ ਹਾਂ। ਤੋਂ ਪਹਿਲਾਂ ਤਾਂ ਇਨਵੀਟੇਸ਼ਨ ITR ਹੋਗੀ ਤੁਹਾਡੀ 3 ਸਾਲ ਦੀ ਕਿ ਮੈਂ ਕਿੰਨਾ ਕਮਾਉਣਾ ਵਾ, ਉਹ ਹੋਗੀ। ਅੱਛਾ, ਕਿੰਨੀ ITR ਚਾਹੀਦੀ ਹੈ ਆਪਾਂ ਇਸ ਤੋਂ ਬਾਅਦ ਡਿਸਕਸ ਕਰਦੇ ਹਾਂ। ਉਸ ਤੋਂ ਬਾਅਦ ਤੁਸੀਂ ਬੈਂਕਿੰਗ ਸ਼ੋ ਕਰਨੀ ਕਿ ਤੁਹਾਡੇ ਬੈਂਕ ਦੇ ਵਿੱਚ ਫੰਡ ਕਿੰਨੇ ਨੇ। ਤੋਂ ਉਹ ਵੀ ਏਜ ਵਾਈਜ਼ ਜਿਹੜੇ ਫੰਡ ਨੇ ਉਹ ਤੁਹਾਨੂੰ ਸ਼ੋ ਕਰਨੇ ਪੈਂਦੇ ਨੇ। ਉਹ ਵੀ ਮੈਂ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ। ਪਰ ਫਿਲਹਾਲ ਮੈਂ ਡਾਕੂਮੈਂਟਸ ਦੀ ਗੱਲ ਕਰ ਰਿਹਾ ਕਿ ਪਹਿਲਾਂ ITR, ਦੂਸਰਾ ਤੁਹਾਨੂੰ ਹੋ ਗਿਆ ਫੰਡ, ਤੀਸਰਾ ਦੇਖੋ ਪ੍ਰਾਪਰਟੀ ਕਿੰਨੀ ਹੈ। ਹੁਣ ਇਹਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਕਿ ਤੁਹਾਡੀ ਆਪਣੀ ਪਰਸਨਲ ਪ੍ਰਾਪਰਟੀ ਹੈ ਤਾਂ ਹੀ ਤੁਹਾਨੂੰ ਵੀਜ਼ਾ ਲੱਗੇਗਾ। ਤੁਸੀਂ ਰੈਂਟ ਤੇ ਵੀ ਹੈਗੇ ਹੋ ਤਾਂ ਵੀ ਵੀਜ਼ਾ ਲੱਗ ਜਾਂਦਾ, ਕੋਈ ਬਹੁਤ ਵੱਡੀ ਗੱਲ ਨਹੀਂ। ਬਟ ਸਪੈਸੀਫਿਕ ਪਰਪਸ ਐਂਡ ਕਾਜ਼ ਕੀ ਹੈ, ਤੁਸੀਂ ਕੈਨੇਡਾ ਜੇ ਜਾਣਾ ਚਾਹੁੰਦੇ ਹੋ ਤੇ ਕੀ ਕਾਰਨ ਕੀ ਹੈ, ਉੱਥੇ ਕਿਉਂ ਜਾਣਾ ਚਾਹੁੰਦੇ ਹੋ, ਕਿ ਤੁਹਾਡੀ ਇੰਨੀ ਜ਼ਰੂਰਤ ਹੈ ਕਿ ਤੁਹਾਨੂੰ ਉੱਥੇ ਉਹ ਜਿਹੜੇ ਪੀਪਲ ਤੁਹਾਨੂੰ ਬੁਲਾ ਰਹੇ ਨੇ ਉਹ ਉਹਨਾਂ ਦਾ ਤੁਹਾਡੇ ਬਗੈਰ ਨਹੀਂ ਸਰਦਾ, ਜਾਂ ਤੁਸੀਂ ਪਹਿਲਾਂ ਕਿਸੇ ਹੋਰ ਕੰਟਰੀ ਦੇ ਵਿੱਚ ਕੋਈ ਤੁਸੀਂ ਟੂਰਿਜ਼ਮ ਕਰਕੇ ਆਏ ਹੋ, ਵਿਜ਼ਿਟ ਕਰਕੇ ਆਏ ਹੋ। ਤਾਂ ਇੱਕ ਫੈਕਟਰ ਨਹੀਂ ਹੈ, देयर आर सो मेनी फैक्टर्स। ਚਲੋ ਖੈਰ, ITR ਹੋ ਗਿਆ, ਤੁਹਾਡੀ ਬੈਂਕਿੰਗ ਹੋ ਗਈ, ਤੀਸਰਾ ਪ੍ਰਾਪਰਟੀ ਵੈਲਿਊਏਸ਼ਨ ਹੋ ਗਈ, ਚੌਥਾ ਜਿਹੜਾ ਹੈ ਉਹ ਹੈ ਤੁਹਾਡਾ CA ਦਾ ਐਸਟ ਲਾਇਬਿਲਿਟੀ ਦਾ ਜਿਹੜਾ ਤੁਸੀਂ ਸਰਟੀਫਿਕੇਟ ਨਾਲ ਅਟੈਚ ਕਰਦੇ ਹੋ ਕਿ ਮੇਰੇ ਕੋਲ ਇੰਨਾ ਮੇਰੇ ਕੋਲ ਗੋਲਡ ਹੈ, ਆ ਮੇਰੇ ਕੋਲ ਸਪੋਜ਼ ਵਹੀਕਲ ਨੇ, ਜਾਂ ਆ ਮੇਰੇ ਕੋਲ ਕੰਪਿਊਟਰਸ ਨੇ। तो ये सारा ਤੁਹਾਨੂੰ ਪੂਰਾ ਵੇਰਵਾ ਜਿਹੜਾ ਹੈ ਇਹ ਸਾਰਾ CA ਦੀ ਰਿਪੋਰਟਿੰਗ ਤੋਂ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਜਾਂ ਤੁਹਾਨੂੰ ਦੇਣਾ ਪੈਂਦਾ। ਇਹਦੇ ਨਾਲ ਤੁਹਾਨੂੰ ਆਪਣੀ ਜਿਹੜੀਆਂ ਜੇ ਤੁਹਾਨੂੰ ਸਪੋਜ਼ ਆਪਣੀ ਪ੍ਰਾਪਰਟੀ ਹੈ ਤੁਹਾਨੂੰ ਫਰਦ ਲਗਾਉਣੀ ਪੈਂਦੀ ਹੈ, ਦੈਟ ਸ਼ੁੱਡ ਬੀ ਇਨ ਇੰਗਲਿਸ਼। ਫਰਦਾਂ ਦੇਖੋ ਪੰਜਾਬੀ 'ਚ ਹੁੰਦੀਆਂ ਨੇ, ਤੁਸੀਂ ਇਹਨੂੰ ਇੰਗਲਿਸ਼ ਕਨਵਰਟ ਕਰਕੇ ਤੇ ਦੇਣੀ ਹੁੰਦੀ, ਉਹ ਵੀ ਨੋਟਰਾਈਜ਼ ਹੋਣੀ ਚਾਹੀਦੀਆਂ ਨੇ। ਸੋ ਇਹ ਤਾਂ ਗੱਲ ਹੋ ਗਈ ਤੁਹਾਡੀ ਕਿ ਤੁਹਾਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਨੇ। ਹੁਣ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਕਿੰਨੀ ITR ਚਾਹੀਦੀ ਹੈ, ਕਿੰਨੇ ਫੰਡ ਚਾਹੀਦੇ ਨੇ, ਕਿੰਨੀ ਕੁ ਪ੍ਰਾਪਰਟੀ ਹੋਵੇ, ਤੇ ਕਿਵੇਂ ਆਈਟਨਰੀ ਤਿਆਰ ਕਰਨੀ ਹੈ, ਕਵਰਿੰਗ ਲੈਟਰ ਕੀ ਹੁੰਦਾ, ਔਰ ਆਪਾਂ ਜਦੋਂ ਕੈਨੇਡਾ ਦੇ ਵਿੱਚ ਜਾਣਾ ਹੈ ਤੇ ਉੱਥੇ ਸਟੇ ਕਿੰਨਾ ਕਰਨਾ ਹੈ, ਕਿਵੇਂ ਆਈਟਨਰੀ ਲਾ ਕੇ ਤੁਸੀਂ ਸੀਲ ਵਾਈਜ਼ ਉਹਨਾਂ ਨੂੰ ਐਮਬੈਸੀ ਦੇ ਆਫੀਸਰ ਨੂੰ ਸਮਝਾਉਣਾ ਕਿ ਮੈਂ ਇਸ ਦਿਨ 'ਚ ਇਹ ਕਰਾਂਗਾ, ਕੰਮ ਨਹੀਂ ਕਰ ਪਾਵਾਂਗਾ ਮੈਂ, ਇਹ ਤੁਹਾਨੂੰ ਐਸ਼ੋਰੈਂਸ ਦੇਣੀ ਪੈਣੀ ਹੈ। ਕਿਉਂਕਿ ਮੈਕਸਿਮਮ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਕੈਨੇਡਾ ਜਾ ਕੇ ਵਿਜ਼ਟਰ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਜਾਵਾਂਗੇ ਤੇ ਕੰਮ ਕਰ ਲਾਂਗੇ। ਇੱਕ ਬਹੁਤ ਹੀ ਭਾਰੀ ਅਪਰਾਧ ਹੈ, ਕ੍ਰਾਈਮ ਹੈ। ਤੁਸੀਂ ਜਦੋਂ ਤੁਹਾਨੂੰ ਇੱਕ ਕੰਟਰੀ ਇਮੀਗ੍ਰੇਟ ਕਰਦੀ ਹੈ ਕਿ ਤੁਸੀਂ ਉੱਥੇ ਘੁੰਮਣ ਫਿਰਨ ਲਈ ਜਾਓ, ਸਾਡੇ ਮਨ ਦੇ ਵਿੱਚ ਗੱਲ ਹੁੰਦੀ ਕਿ ਅਸੀਂ ਉੱਥੇ ਕੰਮ ਕਰ ਲਈਏ। ਫਿਰ ਜਦੋਂ ਸਾਨੂੰ ਫੜੇ ਜਾਂਦੇ ਆ, ਫਿਰ ਡਿਪੋਰਟ ਹੁੰਦੇ ਆ, ਫਿਰ ਸਾਡੇ ਬੈਨ ਲੱਗ ਜਾਂਦਾ। ਤੋ ਤਰੀਕੇ ਨੇ ਉੱਥੇ ਜਾ ਕੇ ਤੁਸੀਂ ਜਾਂਦੇ ਹੋ, ਉੱਥੇ ICCSC ਮੈਂਬਰਸ ਨੇ ਜਿਹੜੇ ਲਾਇਰਸ ਹੈਗੇ ਨੇ, ਤੁਸੀਂ ਉਹਨਾਂ ਦੀ ਹੈਲਪ ਲੈ ਸਕਦੇ ਹੋ। ਔਨ ਸ਼ੋਰ ਜਿਹੜਾ ਵੀਜ਼ਾ ਹੈ ਉੱਥੇ ਔਨ ਸ਼ੋਰ ਦੇ ਵਿੱਚ ਜੇ ਤੁਸੀਂ ਵਰਕ ਪਰਮਿਟ ਲੈਣਾ ਹੈ ਜਾਂ ਤੁਸੀਂ ਪਰਮਨੈਂਟ ਰੈਜ਼ੀਡੈਂਸੀ 'ਚ ਕੁਝ ਉੱਥੇ ਕਨਵਰਜਨ ਕਰਨੀ ਹੈ ਤਾਂ ਉਹਦੇ ਵੀ ਹੱਲ ਨੇ। ਬਟ ਤੁਹਾਨੂੰ ਉੱਥੇ ਜਾ ਕੇ ਕਾਨੂੰਨ ਦੇ ਅਧੀਨ, ਜੋ ਕੈਨੇਡਾ ਦੀ ਸਰਕਾਰ ਦੇ ਅਧੀਨ ਆਉਂਦੇ ਨੇ ਕਾਨੂੰਨ, ਉਹਨਾਂ ਦੇ ਮੁਤਾਬਕ ਤੁਹਾਨੂੰ ਚੱਲਣਾ ਪਏਗਾ। ਆਪਣੀ ਤੁਸੀਂ ਮਨਮਰਜ਼ੀ ਨਹੀਂ ਕਰ ਸਕਦੇ ਕਿ ਸਰ ਇੱਕ ਵਾਰੀ ਬਸ ਮੈਨੂੰ ਕੈਨੇਡਾ ਕੱਢ ਦਿਓ ਸਹੀ, ਬਸ ਫਿਰ ਆਪਾਂ ਤਾਂ ਵਾਪਸ ਆਣੇ ਨਹੀਂ ਆ। ਇਹ
ਇਸੇ ਕਾਰਨ ਹੀ ਜਿਹੜੇ ਬਾਕੀ ਜਿਹੜੇ ਜੈਨੂਨ ਲੋਕ ਹੁੰਦੇ ਨੇ ਜਾਣ ਵਾਲੇ ਉਹ ਵੀ ਫਸ ਜਾਂਦੇ ਨੇ। ਤੋ 90% ਲੋਕ ਜਿਹੜੇ ਨੇ ਉਹ ਕੀ ਕਰਦੇ ਨੇ, ਜਾਂ ਤਾਂ ਆਪਣੀਆਂ ਜਾਲੀ ਆਈਟੀਆਰ ਲਗਾ ਦੇਣਗੇ, ਟੈਂਪਰਡ ਹੁੰਦੀਆਂ ਨੇ, ਜਾਂ ਉਹ ਫੇਕ ਆਈਟੀਆਰਸ ਹੁੰਦੀਆਂ ਨੇ, ਜਾਂ ਫਿਰ ਉਹ ਬੈਂਕਿੰਗ ਵੀ ਫੇਕ ਲਾ ਦਿੰਦੇ ਨੇ, ਜਾਂ ਪ੍ਰਾਪਰਟੀ ਕਿਸੇ ਦੇ ਨਾਂ ਤੇ ਹੋਏਗੀ ਉਹ ਐਡੀਟਿੰਗ ਕਰਕੇ ਉਹ ਲਾਤੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀਆਂ ਰਿਫਿਊਜ਼ਲ ਦਾ ਕਾਰਨ ਬਣਦੀਆਂ ਨੇ, ਤੁਹਾਡੇ ਬੈਨ ਦਾ ਕਾਰਨ ਬਣਦੀਆਂ ਨੇ ਕਿ ਤੁਸੀਂ 10 ਸਾਲ ਲਈ ਬਲੈਕਲਿਸਟ ਹੋ ਜਾਣੇ, ਕਿ ਤੁਸੀਂ ਕੈਨੇਡਾ ਜਾ ਹੀ ਨਹੀਂ ਸਕਦੇ। ਔਰ ਜੇ ਆਪਾਂ ਕਿਸੇ ਕੰਸਲਟੈਂਟ ਨੂੰ ਕਹਿੰਦੇ ਆ ਕਿ ਵੀ ਆਹ ਸਾਰਾ ਕੰਮ ਕਰਦੇ ਹੋ, ਤੇ ਕੰਸਲਟੈਂਟ ਨੇ ਤਾਂ ਇਹ ਸਾਰਾ ਕੰਮ ਕਰਕੇ ਭੱਜਣਾ, ਜੇ ਵੀਜ਼ਾ ਲੱਗ ਗਿਆ ਤੇ 5-10 ਲੱਖ ਰੁਪਏ ਲੈ ਜਾਂਦਾ, ਅਦਰਵਾਈਜ਼ ਤੁਹਾਨੂੰ ਬਲੈਕਲਿਸਟ ਕਰ ਦਿੰਦਾ। ਤਾਂ ਕੰਸਲਟੈਂਟ ਦੀ ਵੀ ਚੋਣ ਉਹ ਕਰੋ ਜਿਹੜਾ ਜੈਨੂਇਨ ਹੋਵੇ। ਪੰਜਾਬ ਦੇ ਵਿੱਚ ਬਹੁਤ ਅੱਛੇ ਔਰ ਵਧੀਆ ਕੰਸਲਟੈਂਟ ਬੈਠੇ ਹੋਏ ਨੇ, ਬੜੇ ਇਮਾਨਦਾਰ ਕੰਸਲਟੈਂਟ ਬੈਠੇ ਹੋਏ ਨੇ। ਤੁਸੀਂ ਜਿਹੜੇ ਸਿਆਣੇ ਕੰਸਲਟੈਂਟ ਨੇ ਉਹਨਾਂ ਕੋਲ ਜਾਓ, ਆਪਣੀ ਪ੍ਰੋਫਾਈਲ ਡਿਸਕਸ ਕਰੋ, ਤੁਹਾਨੂੰ ਲੱਗਦਾ ਹੈ ਕਿ ਕੰਸਲਟੈਂਟ ਜੈਨੂਇਨ ਹੈ, ਤੁਹਾਨੂੰ ਸਹੀ ਰਾਏ ਦੇ ਰਿਹਾ, ਤਾਂ ਤੁਸੀਂ ਅਪਲਾਈ ਕਰਾਓ। ਔਰ ਕੋਈ ਲੱਖਾਂ ਰੁਪਏ ਦੇ ਵਿੱਚ ਤਾਂ ਚਾਰਜ ਕਰਨ ਦੀ ਲੋੜ ਹੀ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਐਮਬੈਸੀ ਦੀ ਫੀਸ $100 ਹੈ, ਬਾਇਓਮੈਟ੍ਰਿਕ ਦੀ ਫੀਸ $85 ਹੋ ਗਈ। ਜੇ ਮੈਂ 100 ਪਲੱਸ 85 185 ਹੈ, ਇਹਨੂੰ ਜੇ ਅੱਜ ਮੈਂ 60 ਨਾਲ ਮਲਟੀਪਲਾਈ ਕਰ ਲਵਾਂ ਤਾਂ ਤੁਸੀਂ ਇਹ ਸੋਚੋ ਕਿ 10,000 ਦੇ ਕਰੀਬ ਤੁਹਾਡੀ ਐਮਬੈਸੀ ਫੀਸ ਬਣਦੀ ਹੈ, ਤੇ ਲੱਖਾਂ ਰੁਪਏ ਦੇਣ ਦੀ ਕੀ ਲੋੜ ਹੈ। ਜਿਹੜਾ ਕੰਸਲਟੈਂਟ ਹੈ ਜੇ ਆਪਣੀ ਕੋਈ ਸਰਵਿਸ ਚਾਰजेस ਲੈਣਾ ਚਾਹੁੰਦਾ ਹੈ 10,000 20,000 30,000 50,000, ਜੋ ਉਹਦੀ ਆਪਣੀ ਇਨਫਰਾਸਟ੍ਰਕਚਰ ਹੈ, ਜੋ ਉਹਦੀ ਆਪਣਾ ਐਕਸਪੀਰੀਅੰਸ ਹੈ, ਉਹਦੇ ਮੁਤਾਬਕ ਜੋ ਲੈਣਾ ਚਾਹੁੰਦਾ ਹੈ ਉਹ ਲੈ ਸਕਦਾ ਹੈ। ਬਟ ਲੱਖਾਂ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਮੇਰਾ ਸ਼ੋਰ ਸ਼ਾਰਟ ਵੀਜ਼ਾ ਲੱਗ ਜਾਵੇ, ਮੈਨੂੰ ਤਾਂ ਰੀਚ ਕਰਾ ਦਿਓ, ਮੈਨੂੰ ਤਾਂ ਤੁਸੀਂ ਸਾਰਾ ਤੁਸੀਂ ਬਾਅਦ ਚੋਂ ਚਾਹੇ 20 ਲੱਖ ਰੁਪਏ ਲੈ ਲਿਓ, ਆਪਾਂ 10,000 ਰੁਪਏ ਐਮਬੈਸੀ ਫੀਸ ਬਚਾਉਣ ਦੇ ਲਈ 20 ਲੱਖ ਰੁਪਏ ਦੇਣ ਨੂੰ ਤਿਆਰ। ਤੁਸੀਂ ਕਹਿੰਦੇ ਹੋ ਕਿ ਸਰ ਐਮਬੈਸੀ ਫੀਸ ਤੁਸੀਂ ਲਾ ਲਓ, ਵੀਜ਼ਾ ਲੱਗ ਗਿਆ ਤੇ ਮੈਂ ਤੁਹਾਨੂੰ 10 ਲੱਖ ਦੇਣ ਨੂੰ ਤਿਆਰ ਹਾਂ। ਤੁਸੀਂ ਸਗੋਂ ਉਲਟਾ ਇਹ ਕਹੋ ਕਿ ਸਰ 10,000 ਦੇਣ ਨੂੰ ਤਿਆਰ ਹਾਂ, ਮੇਰਾ ਵੀਜ਼ਾ ਲਵਾਓ, ਨਹੀਂ ਲੱਗਿਆ ਮੇਰੇ 10,000 ਦਾ ਨੁਕਸਾਨ ਦਾ ਕੋਈ ਗੱਲ ਨਹੀਂ। ਇਮੀਗ੍ਰੇਸ਼ਨ ਕੰਸਲਟੈਂਟ ਕੇ ਕੋਈ ਜੜੀ ਬੂਟੀ ਨਹੀਂ ਹੈ ਉਹਦੇ ਕੋਲ ਕਿ ਉਹ ਆਪਣੇ ਕੋਲੋਂ ਕੋਈ ਡਾਕੂਮੈਂਟ ਲਗਾ ਦੇਵੇ ਜਾਂ ਕੋਈ ਐਮਬੈਸੀ ਦੇ ਵਿੱਚ ਉਹਦੀ ਸੈਟਿੰਗ ਹੋ ਗਈ, ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਮਾਈ ਵੀਜ਼ਾ ਐਸੀ ਪ੍ਰੈਕਟਿਸਿਸ ਨਹੀਂ ਕਰਦਾ, ਕੋਈ ਕਿਸੇ ਨੂੰ ਫੇਕ ਕਮਿਟਮੈਂਟ ਨਹੀਂ ਹੈ ਕਿ ਅਸੀਂ ਤੁਹਾਡਾ ਸ਼ੋਰ ਸ਼ਾਰਟ ਵੀਜ਼ਾ ਲਵਾ ਕੇ ਦੇਵਾਂਗੇ। ਮੈਨੂੰ ਕਈ ਕਹਿੰਦੇ ਸਰ ਸ਼ੋਰ ਸ਼ਾਰਟ, ਮੈਂ ਕਿਹਾ ਵਰਡ ਕਿੱਥੋਂ ਹੁੰਦਾ, ਮੇਰਾ ਕੋਈ ਭੂਆ ਦਾ ਮੁੰਡਾ ਤਾਂ ਬੈਠਾ ਨਹੀਂ ਹੋਇਆ ਇੱਥੇ ਕਿ ਜਿਹੜਾ ਮੈਨੂੰ ਵੀਜ਼ਾ ਦਵਾ ਦੇਗਾ। ਅੱਛਾ ਮੇਰੇ ਵੀ ਵੀਜ਼ੇ ਰਿਫਿਊਜ਼ ਹੁੰਦੇ ਨੇ, ਸਾਡੇ ਵੀਜ਼ੇ ਐਕਸੈਪਟਡ ਵੀ ਹੁੰਦੇ ਨੇ, ਅਪਰੂਵਡ ਵੀ ਹੁੰਦੇ ਨੇ, ਰਿਫਿਊਜ਼ ਹੁੰਦੇ ਨੇ। ਕੋਈ ਤਾਂ ਦੁਨੀਆ ਦਾ ਕੰਸਲਟੈਂਟ ਹੈ ਹੀ ਨਹੀਂ ਕਿ ਜਿਹੜੇ ਸਾਰੇ ਹੀ ਵੀਜ਼ੇ ਅਪਰੂਵ ਹੋ ਜਾਣ। ਉਹ ਜਾਂ ਗਰੰਟੀ ਲੈਂਦਾ ਹੋਵੇ ਕਿ ਮੈਂ ਤਾਂ ਜੀ ਮੇਰੇ ਤਾਂ 100% ਵੀਜ਼ਾਸ ਦੀ ਗਰੰਟੀ ਹੈ, ਤਾਂ ਬਾਕੀ ਜਿਹੜੇ 2 4 5 7 10 ਵੀਜ਼ੇ ਜਿਹੜੇ ਰਿਫਿਊਜ਼ ਨੇ ਉਹ ਕਿਉਂ ਹੋਏ ਫਿਰ। ਤਾਂ ਜਿਹੜੇ ਕੰਸਲਟੈਂਟ ਇਹ ਕਹਿੰਦੇ ਨੇ ਕਿ ਅਸੀਂ ਗਰੰਟੀ ਲੈਂਦੇ ਹਾਂ, ਉਹ ਇੱਕ ਜਿਵੇਂ ਬਾਬਾ ਬੋੜ ਦਾ ਕੋਈ ਸੰਤ ਬੈਠਾ ਦਰਖਤ ਥੱਲੇ, ਕੋਈ ਸਾਧੂ ਬੈਠਾ ਹੋਇਆ, ਉਹ ਪਿੰਡ ਦੀ ਆ ਹਰ ਇੱਕ ਇਸਤਰੀ ਨੂੰ ਇਹੀ ਕਹਿੰਦਾ ਕਿ ਤੇਰਾ ਮੁੰਡਾ ਹੀ ਹੋਏਗਾ। ਉਹ 10 ਲੇਡੀਜ਼ ਮੰਨ ਲਓ ਕਿ ਆਉਂਦੀਆਂ ਮੱਥਾ ਟੇਕਣ ਦੇ ਲਈ, 5 ਦੇ ਮੁੰਡੇ ਹੋ ਜਾਂਦੇ ਨੇ, ਉਹ ਕਹਿੰਦੇ ਲੈ ਵੀ ਇਹ ਸੰਤ ਜਿਹੜਾ ਹੈਗਾ ਤਾਂ ਜਾਂ ਬਾਬਾ ਹੈਗਾ ਇਹ ਤਾਂ ਬੜਾ ਮਹਾਨ ਹੈ। ਉਹ ਤਾਂ ਹੋਣੇ ਹੋਣੇ ਨੇ, ਵੀਜ਼ਾ ਤਾਂ ਲੱਗਣੇ ਹੀ ਲੱਗਣੇ ਨੇ। ਤਾਂ ਵਾਈ ਟੂ ਗਿਵ ਸੋ ਮਚ ਮਨੀ, ਆਪਾਂ ਨੂੰ ਇੰਨਾ ਪੈਸਾ ਦੇਣ ਦੀ ਕੀ ਲੋੜ ਹੈ। ਜੇ ਤੁਹਾਡਾ ਕੰਮ 10 20 30 ਹਜ਼ਾਰ ਹੁੰਦਾ ਤਾਂ ਜ਼ਿਆਦਾ ਪੈਸਾ ਨਾ ਲਗਾਓ। ਹਾਂ, ਜੇ ਤੁਹਾਡੇ ਫਾਈਨੈਂਸ਼ੀਅਲ ਕ੍ਰੈਡੈਂਸ਼ੀਅਲਸ, ਤੁਹਾਡੀ ITRs, ਤੁਹਾਡੇ ਪ੍ਰਾਪਰਟੀ ਤੁਹਾਡੇ ਕੋਲ ਹੈ, ਤੁਹਾਡਾ ਸਭ ਕੁਝ ਪ੍ਰੋਫਾਈਲ ਠੀਕ ਹੈ, ਤੇ ਵੀਜ਼ਾ 10 ਹਜ਼ਾਰ ਲੱਗ ਜਾਣਾ, ਤਾਂ ਜ਼ਿਆਦਾ ਪੈਸਾ ਲਗਾਉਣ ਦੀ ਲੋੜ ਨਹੀਂ ਹੈ। ਇਹ ਮੇਰੇ ਪਰਸਨਲ ਵਿਊਜ਼ ਨੇ, ਇਹ ਸ਼ਾਇਦ ਕਿਸੇ ਨਾਲ ਮੈਚ ਨਹੀਂ ਵੀ ਖਾਂਦੇ ਹੋਣਗੇ। ਮੈਂ ਇਸ ਦੀ ਆਈ ਵਿਲ ਫੀਲ ਸੌਰੀ ਕਿ ਜੇ ਇਸ ਨੂੰ ਕੋਈ ਲੱਗਦਾ ਕਿ ਵੀ ਮੈਂ ਥੋੜਾ ਜ਼ਿਆਦਾ ਬੋਲ ਰਿਹਾ ਹਾਂ, ਬਟ ਸੱਚਾਈ ਜਿਹੜੀ ਹੈ ਉਹ ਸਾਹਮਣੇ ਰੱਖਣੀ ਚਾਹੀਦੀ ਹੈ। ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਸੱਚ ਬੋਲੀਏ ਔਰ ਕਿਸੇ ਨਾਲ ਕਿਸੇ ਨੂੰ ਵੀ ਕੋਈ ਠੱਗੀ ਦਾ ਸਾਹਮਣਾ ਕਰਨਾ ਨਾ ਪਵੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਵੀ ਕਿਹੜੀ ਏਜ ਦੇ ਵਿੱਚ ਕਿੰਨੇ ਆਪਾਂ ਨੂੰ ਫਿਨਾਂਸ ਜਾਂ ITR ਜਾਂ ਪ੍ਰਾਪਰਟੀ ਚਾਹੀਦੀ ਹੈ। ਇਹ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਦੱਸਣ ਜਾ ਰਿਹਾ, ਇਹ ਐਕਸਪੀਰੀਅੰਸ ਬੇਸਡ ਹੈ। ਇਹ ਕਿਸੇ ਵੀ ਐਮਬੈਸੀ ਦੇ ਵਿੱਚ, ਕਿਸੇ ਵੀ ਸਾਈਟ ਦੇ ਵਿੱਚ ਐਸਾ ਜਿਹੜਾ ਮੈਂ ਵੇਰਵਾ ਦੇਣ ਜਾ ਰਿਹਾ ਹਾਂ ਇਹ ਨਹੀਂ ਲਿਖਿਆ ਹੋਇਆ। ਇਹ ਗੱਲ ਧਿਆਨ ਰੱਖਿਓ ਕਿ ਜਿਹੜੀ ਮੈਂ ਗੱਲ ਦੱਸ ਰਿਹਾ ਹਾਂ ਇਹ ਐਕਸਪੀਰੀਅੰਸ ਬੇਸ ਹੈ। ਕਈਆਂ ਨਾਲ ਇਹ ਮੇਰੀ ਗੱਲ ਮੇਲ ਨਹੀਂ ਦਿਖਾਉਂਦੀ ਹੋ ਸਕਦੀ, ਕੋਈ ਜ਼ਰੂਰੀ ਗੱਲ ਨਹੀਂ ਹੈ ਕਿ ਵੀ ਜੇ ਸਪੋਜ਼ ਮੈਂ ਇਹ ਕਹਾਂ ਕਿ 50 ਸਾਲ ਦੇ ਬੰਦੇ ਦਾ ਵੀਜ਼ਾ ਲੱਗ ਜਾਏਗਾ, 19 ਸਾਲ ਦੇ ਇੱਕ ਲੜਕੇ ਦਾ ਵੀਜ਼ਾ ਨਹੀਂ ਲੱਗੇਗਾ, ਤਾਂ ਇਹ ਕੋਈ ਸਿਆਣੀ ਗੱਲ ਨਹੀਂ ਹੈ। 19 ਸਾਲ ਦੇ ਲੜਕੇ ਦਾ ਵੀ ਵੀਜ਼ਾ, ਵਿਜ਼ਟਰ ਵੀਜ਼ਾ ਵੀ ਲੱਗ ਸਕਦਾ, ਚਾਹੇ ਉਹਦੀ ਉਮਰ ਸਟੱਡੀ ਕਰਨ ਦੀ ਹੈ, ਬਟ ਉਹਦਾ ਵੀ ਵਿਜ਼ਟਰ ਵੀਜ਼ਾ ਲੱਗਦਾ। ਬਟ ਉਹ ਕਿੱਦਾਂ ਲੱਗਦਾ ਉਹ ਹੁਣ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਚਲਿਏ ਹੁਣ ਸ਼ੁਰੂਆਤ ਕਰਦੇ ਹਾਂ ਕਿ 3 ਕੈਟਾਗਰੀਜ਼ ਦੀ। ਪਹਿਲਾ 30 ਸਾਲ ਤੋਂ ਘੱਟ ਦੀ ਉਮਰ, 30 ਤੋਂ 45 ਤੇ 45 ਤੋਂ ਉੱਪਰ ਔਨਵਰਡਸ ਜਿੰਨੀ ਏਜ ਹੈ। ਐਮਬੈਸੀ ਇਹ ਸੋਚਦੀ ਹੈ ਕਿ ਜਿਹੜਾ ਇੱਕ ਪਰਸਨ 30 ਸਾਲ ਤੋਂ ਘੱਟ ਉਮਰ ਦਾ ਜਾ ਰਿਹਾ ਹੈ, ਮੈਰਿਜ ਨਹੀਂ ਕੀਤੀ ਹੋਈ, ਕੋਈ ਲਾਇਬਿਲਿਟੀਜ਼ ਨਹੀਂ ਹੈ, ਤਾਂ ਉਹਨੂੰ ਕਿਉਂ ਵੀਜ਼ਾ ਦਈਏ ਅਸੀਂ। ਉਹਨੇ ਮੁੜ ਕੇ ਤਾਂ ਵਾਪਸ ਆਣਾ ਹੀ ਨਹੀਂ, ਉਹਨੇ ਉੱਥੇ ਕਿਸੇ ਗੋਰੀ ਨਾਲ ਮੈਰਿਜ ਕਰ ਲੇਗਾ, ਉੱਥੇ ਕੋਈ ਨਾ ਕੋਈ ਸੈਟਿੰਗ ਕਰਕੇ ਉੱਥੇ ਰਹਿ ਜਾਏਗਾ। ਤਾਂ ਕੋਈ ਵੀ ਕੰਟਰੀ ਨਹੀਂ ਚਾਹੁੰਦੀ ਕਿ ਬਿਨਾਂ ਕੁਆਲਿਟੀ ਵਾਲੇ ਲੋਕ ਉਹਨਾਂ ਦੀ ਕੰਟਰੀ ਜਾਣ। ਸੋ ਕੁਆਲਿਟੀ ਵਾਲੇ ਲੋਕ ਜਾਂਦੇ ਨੇ
ਕੰਟਰੀਜ਼ ਵਿੱਚ ਤੇ ਹਿੰਦੁਸਤਾਨ ਦਾ ਨਾਮ ਵੀ ਰੋਸ਼ਨ ਕਰਦੇ ਨੇ ਤੇ ਉੱਥੋਂ ਦਾ ਨਾਮ ਵੀ ਰੋਸ਼ਨ ਹੁੰਦਾ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ 30 ਸਾਲ ਤੋਂ ਘੱਟ ਉਮਰ ਹੈ, ਆਪਾਂ ਹੁਣ ਗੱਲ ਕਰਦੇ ਹਾਂ 19 20 22 ਸਾਲ ਦੀ ਏਜ ਹੈ, ਪੜ੍ਹਨ ਦੀ ਏਜ ਹੈ, ਬਟ ਉਹ ਕਹਿੰਦੇ ਕਿ ਸਾਨੂੰ ਸਰ ਵਿਜ਼ਟਰ ਵੀਜ਼ਾ ਲਵਾ ਦਿਓ, ਅਸੀਂ ਉੱਥੇ ਘੁੰਮ ਕੇ ਆਉਣਾ ਹੈ ਜਾਂ ਕਾਲਜ ਦੇਖ ਲਾਂਗੇ ਜਾਂ ਐਜੂਕੇਸ਼ਨ ਦਾ ਮਾਹੌਲ ਦੇਖ ਲਾਂਗੇ, ਤਾਂ ਤੁਸੀਂ ਮੰਨ ਕੇ ਤੁਰੋ ਕਿ ਐਸੇ ਪਰਸਨ ਦੀ ਜਿਹੜੀ ਇਨਕਮ ਟੈਕਸ ਰਿਟਰਨ ਹੈ ITR ਹੈ ਉਹ 10 ਲੱਖ ਦੇ ਕਰੀਬ ਹੋਣੀ ਚਾਹੀਦੀ ਹੈ। ਮੇਰੀ ਗੱਲ ਸ਼ਾਇਦ ਤੁਹਾਨੂੰ ਲੱਗੇਗੀ ਕਿ 19 20 ਸਾਲ ਦਾ ਮੁੰਡਾ 10 ਲੱਖ ਕਿਵੇਂ ਕਮਾਏਗਾ, ਤਾਂ ਜਾਂ ਤਾਂ ਉਹਦੇ ਫਾਦਰ ਦੀ ਪ੍ਰਾਪਰਟੀ ਬਹੁਤ ਜ਼ਿਆਦਾ ਹੋਵੇ, ਉਹਨਾਂ ਕੋਲ 2 4 5 ਕਰੋੜ ਦੀ ਪ੍ਰਾਪਰਟੀ ਹੋਵੇ, ਉਹਨਾਂ ਦੇ ਬੈਲੈਂਸ ਸ਼ੀਟ ਅੱਛੀਆਂ ਹੋਣ, ਉਹਨਾਂ ਦੀ ਜਿਹੜੀ ਟੈਕਸੇਸ਼ਨ ਹੈਗੀ ਆ ਉਹ ਹੋਵੇ, ਉਸ ਲੜਕੇ ਨੇ ਜਾਂ ਸਪੋਜ਼ ਟੂਰਿਜ਼ਮ ਕੀਤਾ ਹੋਵੇ, ਕੋਈ ਸ਼ੈਂਗਨ ਕੰਟਰੀ ਗਿਆ ਹੋਵੇ ਜਾਂ ਕੋਈ US ਦਾ ਵੀਜ਼ਾ ਲਿਆ ਹੋਵੇ, ਜਾਂ ਫਾਦਰ ਨਾਲ ਮਦਰ ਨਾਲ ਪਹਿਲਾਂ US ਕਦੀ ਗਿਆ ਹੋਵੇ, ਤਾਂ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ ਹੈ, ਚਾਹੇ ਉਮਰ 19 20 ਸਾਲ ਹੀ ਕਿਉਂ ਨਾ ਹੋਵੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਇੱਕ ਕ੍ਰੈਡੈਂਸ਼ੀਅਲਸ ਦੇਖ ਕੇ ਹੈ, ਇਹ ਨਹੀਂ ਹੈ ਕਿ ਵੀ ਇੱਕ ਸਟੂਡੈਂਟ BA ਫਸਟ ਈਅਰ ਦੇ ਵਿੱਚ ਹੈ ਤੇ ਉਹ ਕਹਿੰਦਾ ਸਰ ਮੈਨੂੰ ਹੁਣ ਤੁਸੀਂ ਇਦਾਂ ਕਰੋ ਕਿ ਵੀਜ਼ਾ ਲਵਾਣਾ ਜੀ, ਮੈਂ ਤਾਂ ਵਿਜ਼ਟਰ ਵੀਜ਼ਾ ਲਵਾਣਾ, ਲਵਾ ਦਿਓ। ਤੇ ਮੈਂ ਕਹਿੰਦਾ ਕਿ ਤੇਰੀ ITR ਕਿੰਨੀ ਹੈ ਸਰ, ਉਹ ਕੀ ਹੁੰਦੀ ਹੈ ਜੀ, ਉਹ ਤਾਂ ਪਤਾ ਹੀ ਨਹੀਂ ਹੈ। ਤੇ ਜੇ ITR ਨਹੀਂ ਪਤਾ ਤੇ ਕੁਝ ਪ੍ਰਾਪਰਟੀ ਤੁਹਾਡੇ ਨਾਂ ਤੇ ਹੋਣੀ ਨਹੀਂ, ਉਹ ਸਾਰਾ ਫਾਦਰ ਦੇ ਨਾਂ ਤੇ ਪ੍ਰਾਪਰਟੀ ਹੈ ਜੀ, ਮੇਰੀ ਨਾਂ ਤੇ ਕਿੱਥੋਂ ਪ੍ਰਾਪਰਟੀ ਹੋਣੀ ਹੈ। ਤੇ ਮੈਂ ਕਿਹਾ ਤੁਸੀਂ ਵਾਪਸ ਆਓਗੇ ਦੀ ਕੀ ਗਰੰਟੀ ਹੈ। ਸੋ ਵੀਜ਼ਾਸ ਲੱਗਦੇ ਨੇ ਫਾਈਨੈਂਸ਼ੀਅਲਸ ਗਰਾਊਂਡ ਤੇ ਕਿ ਤੁਹਾਡੇ ਕੋਲ ਪੈਸਾ ਕਿੰਨਾ ਹੈ ਔਰ ਤੁਸੀਂ ਵਾਪਸ ਆਓਗੇ, ਤੁਹਾਡੀ ਇੰਟੈਂਸ਼ਨਸ ਬੁਰੀ ਨਹੀਂ ਹੈ। ਕਈ ਜਾਂਦੇ ਕਿ ਅਸੀਂ ਜਾ ਕੇ ਉੱਥੇ ਬਿਜ਼ਨਸ ਦੇਖ ਲਾਂਗੇ ਜੀ, ਅਸੀਂ ਕੋਈ ਇਨਵੈਸਟਮੈਂਟ ਦਾ ਵੀਜ਼ਾ ਦੇ ਕੇ ਆਉਂਦੇ ਆ, ਉਹਦੇ ਲਈ ਤੁਹਾਨੂੰ ਬਕਾਇਦਾ ਅੰਬੈਸੀ ਦੇ ਵਿੱਚ ਆਪਣੀ ਬਿਜ਼ਨਸ ਪਲਾਨ ਦੇਣਾ ਪੈਂਦਾ ਹੈ, ਉਹਦੇ ਵਿੱਚ ਤੁਹਾਨੂੰ ਡਰਾਫਟ ਪੇ ਕਰਨਾ ਪੈਂਦਾ ਹੈ ਕਿ ਪਹਿਲਾਂ ਅਸੀਂ ਇੰਨਾ ਪੈਸਾ ਦੇ ਰਹੇ ਹਾਂ, ਹੁਣ ਜਾ ਰਹੇ ਹਾਂ, ਉੱਥੇ ਜਾ ਕੇ ਅਸੀਂ ਵਾਪਸ ਆ ਕੇ ਪ੍ਰਾਪਰਟੀ ਖਰੀਦਾਂਗੇ। ਤਾਂ ਇਟਸ ਓਕੇ, ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਕੋਲ 1.5 2 ਕਰੋੜ ਰੁਪਏ ਹੈ, ਤੁਸੀਂ ਇਨਵੈਸਟ ਕਰ ਸਕਦੇ ਹੋ। ਤੁਹਾਡੇ ਕੋਲ 3 ਕਰੋੜ ਦੀ ਇੱਥੇ ਪ੍ਰਾਪਰਟੀ ਹੈ, ਤੁਹਾਡੀ ਐਸੈਟਸ ਐਂਡ ਲਾਇਬਿਲਿਟੀ 3 ਕਰੋੜ ਦੀਆਂ ਨੇ, ਤੁਸੀਂ ਕੈਨੇਡਾ ਚਾਹੇ 20 ਸਾਲ ਦੀ ਉਮਰ ਜਾ ਸਕਦੇ ਹੋ, ਬਟ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਇੱਥੇ ਫਾਈਨੈਂਸ਼ੀਅਲ ਤੁਸੀਂ ਕਿੰਨੇ ਸਟਰੋਂਗ ਹੋ। ਅੱਛਾ, ਇਹ ਤਾਂ ਗੱਲ ਹੋ ਗਈ ਕਿ 30 ਸਾਲ ਤੋਂ ਘੱਟ ਜਿਹੜੇ ਹੈਗੇ ਉਹ 8-10 ਲੱਖ ਰੁਪਇਆ ਕਮਾਉਂਦੇ ਨੇ, ਉਹਨਾਂ ਦਾ ਵੀਜ਼ਾਸ ਦੇ ਚਾਂਸਿਸ ਮੈਕਸਿਮਮ ਹੋ ਜਾਂਦੇ ਨੇ। ਹੁਣ ਇਹ 'ਚ ਕੋਈ ਕੰਡੀਸ਼ਨ ਨਹੀਂ ਹੈ ਕਿ ਜੇ ਮੈਂ ਸਪੋਜ਼ ਬੋਲਦਾ ਕਿ ਮੈਕਸਿਮਮ ਜਾਂਦੇ ਨੇ ਤਾਂ ਵੀਜ਼ਾ ਲੱਗ ਹੀ ਜਾਣਾ, ਹੋਰ ਵੀ ਕਈ ਫੈਕਟਰ ਨੇ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਉਹਨਾਂ ਦੇ ਬੈਂਕ ਦੇ ਵਿੱਚ ਜਿਹੜਾ ਪੈਸਾ ਮੰਨ ਲਓ 10-15 ਲੱਖ ਰੁਪਇਆ, ਉਹ ਕਿੱਥੋਂ ਆਇਆ, ਕਿ ਫਾਦਰ ਨੇ ਗਿਫਟ ਕੀਤਾ, ਜਾਂ ਖੁਦ ਉਹ ਆਪਣੇ ਫਾਦਰ ਦੇ ਨਾਲ ਮੈਨੇਜਿੰਗ ਡਾਇਰੈਕਟਰ ਦੇ ਪੋਸਟ ਤੇ ਨੇ, ਜਾਂ ਉਹ ਕਿਸ ਲੈਵਲ ਦੇ ਨੇ। ਜਿਹੜਾ 21-22 ਸਾਲ ਦਾ ਲੜਕਾ ਹੈ ਉਹ ਆਪਣੇ ਫਾਦਰ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ, ਕਿੱਦਾਂ ਬਿਜ਼ਨਸ ਕਰ ਰਿਹਾ ਹੈ, ਕਿਆ ਉਹਦੇ ਆਪਣੇ ਨਾਂ ਤੇ ਕੋਈ ਫੈਕਟਰੀ ਹੈ, ਕੋਈ ਪਲਾਟ ਹੈ, ਕੋਈ ਦੁਕਾਨ ਹੈ, ਉਹਦੀ ਕੀਮਤ ਕੋਈ ਕਰੋੜ 1.5 ਕਰੋੜ 2 ਕਰੋੜ ਹੈ। ਤਾਂ ਇਸ ਤਰ੍ਹਾਂ ਫੈਕਟਰਸ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਉਹਦਾ ਵੀਜ਼ਾਸ ਦੇ ਚਾਂਸਿਸ ਵੱਧ ਜਾਂਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਸਪੋਜ਼ ਇਸ ਤੋਂ ਜੇ ਮੈਂ 10 ਲੱਖ ਦੀ ਗੱਲ ਕੀਤੀ 9 ਲੱਖ ਆ ਗਿਆ ਜੀ ਤਾਂ ਵੀਜ਼ਾ ਨਹੀਂ ਲੱਗਣਾ, ਇਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਤੁਹਾਨੂੰ ਅੰਦਾਜ਼ਾ ਦੱਸ ਰਿਹਾ ਹਾਂ ਕਿ ਇੰਨੇ ਦੇ ਕਰੀਬ ਹੋਵੇ ਤਾਂ ਚਾਂਸਿਸ ਵੀਜ਼ਾ ਦੇ ਮੈਕਸਿਮਮ ਹੋ ਜਾਂਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਜੇ ਏਜ ਅਪਰੋਕਸੀਮੇਟਲੀ 30 ਤੋਂ 45 ਵਿੱਚ ਆ ਗਈ। ਹੁਣ 30 ਤੋਂ 45 ਵਿੱਚ ਸਾਡੀ ਜਿਹੜੀ ਸੋਚ ਇਹ ਹੁੰਦੀ ਹੈ ਕਿ ਇੱਕ ਪਰਸਨ 7 ਲੱਖ ਰੁਪਏ ਕਮਾਉਂਦਾ ਹੋਵੇ, 6-7 ਲੱਖ ਰੁਪਏ ਕਮਾਉਂਦਾ ਹੋਵੇ, ਔਰ ਬੈਂਕ ਦੇ ਵਿੱਚ ਵੀ 6-7 ਲੱਖ ਰੁਪਏ ਹੋਵੇ। ਹਾਂ, ਜੇ ਤਾਂ ਇਨਵੀਟੇਸ਼ਨ ਤੇ ਆਇਆ ਫਿਰ ਚਾਹੇ ਘੱਟ ਵੀ ਹੋਵੇ, ਕਿਉਂਕਿ ਸਾਰਾ ਖਰਚਾ ਤਾਂ ਜਿਨ੍ਹਾਂ ਨੇ ਬੁਲਾਇਆ ਉਹਨਾਂ ਨੇ ਕਰਨਾ ਹੁੰਦਾ, ਸੋ ਉੱਥੇ ਇੰਨਾ ਪੈਸਾ ਲਗਾਉਣ ਦੀ ਲੋੜ ਨਹੀਂ ਹੁੰਦੀ। ਜਿਨ੍ਹਾਂ ਨੇ ਹੋਟਲ ਬੁਕਿੰਗ ਜਾਣਾ ਉਹਨਾਂ ਨੂੰ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈ। ਜੇ ਤੁਹਾਡੀ ਆਪਣੀ ਪ੍ਰਾਪਰਟੀ ਹੈ, ਤੁਹਾਡੇ ਕੋਲ ਫॉर एग्जांपल ਕਿ 150-200 ਗਜ ਦਾ ਕੋਈ ਮਕਾਨ ਪਲਾਟ ਦੁਕਾਨ ਹੈ, ਉਹਦੀ ਕੀਮਤ 70-80 ਲੱਖ ਦੇ ਕਰੀਬ ਹੈ, ਤਾਂ ਚਾਂਸ ਬਣ ਜਾਂਦੇ ਨੇ, ਕਿਉਂਕਿ ਪਤਾ ਕਿ ਤੁਸੀਂ ਪ੍ਰਾਪਰਟੀ ਛੱਡ ਕੇ ਉੱਥੇ ਤਾਂ ਸੈਟਲਮੈਂਟ ਹੋਵੋਗੇ ਨਹੀਂ। ਤੀਜੀ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੀ ਏਜ 45 ਤੋਂ ਉੱਪਰ ਜਾਂ 50 ਸਾਲ ਦੇ ਕਰੀਬ ਹੈ। ਹੁਣ ਐਸੇ ਵੀਜ਼ਾਸ ਨੂੰ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਪਰ ਵੀਜ਼ਾ ਕਹਿੰਦਾ ਕਿ ਵੀ ਹੁਣ 50 ਸਾਲ ਦੀ ਉਮਰ ਹੋ ਗਈ ਹੈ, ਉਹਨਾਂ ਦੇ ਬੱਚੇ ਇੱਥੇ 20-22 ਸਾਲ ਦੇ ਹੋ ਗਏ ਨੇ, तो उत्थे जाके वो सैटलमेंट के चांसिस बहुत घट जाते हैं, अगों शादी करने के चांसिस भी बहुत घट जाते हैं। तो उन्होंने कोई 5 लाख के करीब भी ITR जी है, इनकम टैक्स रिटर्न है, या जे फॉर्म है, या फॉर्म 16 है, जे वो 5 लाख के करीब ही है, तो भी चांसिस मैक्सिमम होंगे ने। बैंक के भी मान लो 4-5 लाख रुपया है, या प्रॉपर्टी में उन्होंने एक 100 गज का प्लॉट है या मकान है जिसकी कीमत 50 लाख रुपया है, तो वीज़ा के चांसिस बन सकते हैं। सो मेरे कहने का मकसद है कि जी मैं गल्लां कर रहा वा, ये विजिटर वीज़ा जो है ये एक्सप्लेन करना इन्ना आसान नहीं होंदा। जी मैं गल्लां दस रहा, ये जरूरी नहीं है कि सारा ही इन्हां तत्थां दे बेस्ड होवे, ही बेस्ड ऑन फैक्ट्स होवे। इत्थे वेरीएशन होंदी है। विजिटर वीज़ास असीं देखिया कि जिवें दस्सिया कि 19-20 साल के जिहड़े लड़के ने या लड़कियां ने उन्हां दे वीज़ा भी लग जाते हैं, और 45-50 साल का परसन का भी वीज़ा जिहड़ा है रिफ्यूज़ हो जाता है। सो अंबैसी ऑफिसर वीज़ा ऑफिसर पूरे डॉक्यूमेंटेशन देखने तो बाद
ਕਿ ਉਹਨਾਂ ਦੇ ਮੈਰਿਜ ਸਰਟੀਫਿਕੇਟ ਲਾਇਆ ਕਿ ਨਹੀਂ ਲਗਾਇਆ, ਉਹਨਾਂ ਦੇ ਟੈਕਸੇਸ਼ਨ ਦਾ ਕੀ ਵੇਰਵਾ ਹੈ, ਕੋਈ GST ਨੰਬਰ ਲਿਆ ਹੈ ਜਾਂ ਉਹਨਾਂ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਜਾਂ ਕੋਈ ਬੈਲੈਂਸ ਸ਼ੀਟ ਲਗਾਈ ਹੈ ਜਾਂ ਇਸ ਤਰ੍ਹਾਂ ਦੇ ਕੋਈ ਉਹਨਾਂ ਨੇ ਕੋਈ ਜੈਨੂਇਨ ਫੰਡਸ ਸ਼ੋ ਕੀਤੇ ਨੇ, ਤਾਂ ਵੀਜ਼ਾ ਦੇ ਚਾਂਸਿਸ ਮੈਕਸਿਮਮ ਹੁੰਦੇ ਨੇ। ਜਦੋਂ ਅਸੀਂ ਲੈ ਦੇ ਕੇ ਪੈਸੇ ਇਕੱਠੇ ਕਰਦੇ ਹਾਂ ਕਿ ਵੀ 3 ਲੱਖ ਤੂੰ ਪਾ ਦੇ, 2 ਲੱਖ ਤੂੰ ਪਾ ਦੇ, ਲੈ ਵੀ ਮੇਰੇ ਕੋਲ 5 ਲੱਖ ਹੋ ਗਿਆ, ਤਾਂ ਪਤਾ ਲੱਗ ਜਾਂਦਾ ਕਿ ਤੁਸੀਂ ਜਿਹੜਾ ਪੈਸਾ ਡਿਪੋਜ਼ਿਟ ਕੀਤਾ ਉਹ ਫॉर द ਸੇਕ ਆਫ ਵੀਜ਼ਾ ਲਿਆ, ਤਾਂ ਪਤਾ ਲੱਗ ਜਾਂਦਾ ਸੀ ਦਾ। ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਆਪਾਂ ਹੁਣ 5-4 ਮਿੰਟ ਰਹਿ ਗਏ ਨੇ, ਥੋੜੀ ਸਮਰਾਈਜ਼ ਕਰਕੇ ਮੈਂ ਹੁਣ ਰਿਫਿਊਜ਼ਲ ਦੀ ਵੀ ਗੱਲ ਕਰਾਂਗਾ 1-2 ਮਿੰਟ, ਕਿ ਰਿਫਿਊਜ਼ਲ ਦੇ ਕੇਸਿਸ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ, ਉਹਦੇ ਬਾਰੇ ਵੀ ਓਪਨ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸੇ ਕੰਸਲਟੈਂਟ ਨੂੰ ਲੱਖ 2 ਲੱਖ 5 ਲੱਖ ਦੇਣ ਦੀ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਵੀ 5000 ਰੁਪਏ ਦੇ ਵਿੱਚ ਆਪਣਾ ਰਿਫਿਊਜ਼ਲਸ ਦੇ ਜਿਹੜੇ ਕੇਸਿਸ ਨੇ ਸੋਲਵ ਕਰ ਸਕਦੇ ਹੋ। ਉਹ ਕਿਵੇਂ ਕਰਦੇ ਹੋ ਉਹ ਦੱਸਦਾ, ਪਹਿਲਾਂ ਸਮਰਾਈਜ਼ ਕਰਦੇ ਹਾਂ ਇਹਨੂੰ। ਪਹਿਲੀ ਗੱਲ ਹੋ ਗਈ ਇਨਵੀਟੇਸ਼ਨ ਦੀ। ਇਨਵੀਟੇਸ਼ਨ ਦੇ ਬੇਸ ਤੇ ਉਧਰੋਂ ਤੁਹਾਡੇ ਕਾਗਜ਼ ਆਣਗੇ, ਜਿਹੜੇ ਤੁਹਾਡੇ ਉੱਥੇ ਰਿਲੇਟਿਵਸ ਨੇ ਜਾਂ ਫਰੈਂਡਸ ਨੇ ਉਹ ਤੁਹਾਨੂੰ ਪੂਰੇ ਕਾਗਜ਼ ਭੇਜਣ, ਜਿਵੇਂ ਪਹਿਲਾਂ ਸਟਾਰਟਿੰਗ 'ਚ ਬੋਲੇ ਨੇ। ਤੁਹਾਡੇ ਆਪਣੇ ਜਿਹੜੇ ਨੇ, ਜੇ ਤੁਸੀਂ ਜੌਬ ਕਰਦੇ ਹੋ ਤਾਂ ਤੁਹਾਡਾ ਆਫਰ ਲੈਟਰ, ਤੁਹਾਡਾ ਇਨਵੀਟੇਸ਼ਨ ਲੈਟਰ, ਅਪਾਇੰਟਮੈਂਟ ਲੈਟਰ ਐਂਡ ਤੁਹਾਡਾ ਗੋ ਸੈਲਰੀ ਸਲਿਪਸ, ਫਿਰ ਤੁਹਾਡਾ ਬੈਂਕਿੰਗ, ਇਹ ਤਾਂ ਹੋ ਗਿਆ ਜੇ ਤੁਸੀਂ ਜੌਬ ਕਰਦੇ ਹੋ। ਹਾਂ, NOC ਜਿਹਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਕਹਿੰਦੇ ਨੇ, ਕਿ ਦੈਟ ਇਜ਼ ਗ੍ਰਾਂਟਡ ਬਾय ਇੰਪਲੋਇਰ। ਇੱਕ ਨੋ ਆਬਜੈਕਸ਼ਨ ਸਰਟੀਫਿਕੇਟ ਹੁੰਦਾ ਕਿ ਵੀ ਇੰਪਲੋਇਰ ਇਹ ਕਹਿੰਦਾ ਕਿ ਤੂੰ ਜਾ ਸਕਦਾ 15-20 ਦਿਨ ਲਈ ਘੁੰਮ ਜਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੌਬ ਦੇ ਵਿੱਚ। ਔਰ ਨਾਲ ਤੁਹਾਡੇ ਪੂਰੀ ਟੈਕਸੇਸ਼ਨ ਦਾ ਜਿਹੜਾ ਵੇਰਵਾ ਹੈ, ਤੁਹਾਡੇ ਪਲਾਟ ਦਾ, ਮਕਾਨ ਦਾ, ਤੁਸੀਂ ਤੋਂ ਕਿੰਨਾ ਫੰਡ ਹੈ, ਇਹ ਸਾਰਾ ਵੇਰਵਾ ਹੋ ਗਿਆ। ਜੇ ਤੁਸੀਂ ਇੰਪਲਾਇਰ ਹੋ, ਖੁਦ ਇੰਪਲਾਇਰ ਹੋ, ਜੇ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤਾਂ ਫਿਰ ਤੁਹਾਡੇ ਕੋਲ ਬੈਲੈਂਸ ਸ਼ੀਟ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਕਰੰਟ ਅਕਾਊਂਟ ਹੋਣਾ ਚਾਹੀਦਾ। ਇਹ ਜਿਹੜੇ ਮੈਂਡੇਟਰੀ ਡਾਕੂਮੈਂਟ ਨੇ ਇਹ ਨਾਲ ਲੈਣੇ ਚਾਹੀਦੇ ਨੇ। ਜੇ ਮੈਂ ਏਜ ਦੀ ਗੱਲ ਕਰਾਂ ਤੇ ਜਿੰਨੀ ਘੱਟ ਏਜ ਆ ਉਹਨੇ ਤੁਹਾਨੂੰ ਫਾਈਨਾਂਸ ਜ਼ਿਆਦਾ ਦਿਖਾਣੇ ਪੈਂਦੇ ਨੇ, ਜਿਹਦੀ ਜ਼ਿਆਦਾ ਏਜ ਹੋਗੀ ਉਹਨੂੰ ਫਾਈਨਾਂਸ ਘੱਟ ਦਿਖਾਣੇ ਪੈਂਦੇ ਨੇ। ਸੋ ਇਹ ਤਾਂ ਗੱਲ ਹੋ ਗਈ ਇੱਕ ਮੋਟੀ ਗੱਲ ਕਿ ਤੁਹਾਨੂੰ ਅੰਡਰਸਟੈਂਡ ਹੋ ਜਾਵੇ। ਐਗਜ਼ੈਕਟ 100% ਜਿਹੜੀ ਮੈਂ ਗੱਲਾਂ ਕੀਤੀਆਂ ਨੇ ਉਹ ਸਹੀ ਨਹੀਂ ਹੋ ਸਕਦੀਆਂ, ਕੁਛ ਨਾ ਕੁਛ ਵੇਰੀਏਸ਼ਨ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਕਿ ਰਿਫਿਊਜ਼ਲ ਕਿਉਂ ਹੁੰਦੀ ਹੈ। ਰਿਫਿਊਜ਼ਲ ਦਾ ਤੁਹਾਨੂੰ ਵੈਸੇ ਮੈਂ ਹਿੰਟ ਦਿੱਤਾ ਹੋਇਆ ਕਿ ਤੁਸੀਂ ਜਦੋਂ ਫੇਕ ਸਰਟੀਫਿਕੇਟ ਲਾਉਂਦੇ ਹੋ, ਫੇਕ ਡਾਕੂਮੈਂਟ ਲਗਾਉਂਦੇ ਹੋ, ਟੈਂਪਰਡ ਲਗਾਉਂਦੇ ਹੋ, ਉਹਤੇ ਐਡੀਟਿੰਗ ਕਰਕੇ ਲਗਾਉਂਦੇ ਹੋ, ਉਹ ਸਭ ਤੋਂ ਗੰਦੀ ਪ੍ਰੈਕਟਿਸ ਹੈ। ਜਾਂ ਕੋਈ ਕੰਸਲਟੈਂਟ ਮੰਨ ਲਓ ਤੁਹਾਡੇ ਕੋਈ ਕਹਿੰਦਾ ਕਿ ਮੈਨੂੰ ਸਿਰਫ ਪਾਸਪੋਰਟ ਦੇ ਦੇ, ਬਸ ਬਾਕੀ ਮੇਰਾ ਕੰਮ ਹੋ ਗਿਆ, ਮੈਂ ਆਪਣੇ ITR ਲਗਾ ਦਾਂਗਾ ਆਪਣੇ ਆਪ ਹੀ, ਮੈਂ ਆਪਣੇ ਆਪ ਹੀ ਤੇਰੀ ਬੈਂਕਿੰਗ ਲਗਾ ਦਾਂਗਾ, ਆਪਣੇ ਆਪ ਹੀ ਮੈਂ ਤੇਰੀ ਪ੍ਰਾਪਰਟੀ ਲਗਾ ਦਾਂਗਾ, ਤੈਨੂੰ ਵੀਜ਼ਾ ਮਿਲ ਜਾਏਗਾ। ਤੇ ਜੇ ਮੰਨ ਲਓ ਉਹਨੇ ਕੋਈ ਡਾਕੂਮੈਂਟ ਜਾਲੀ ਲਗਾ ਕੇ ਕਿ ਵੀਜ਼ਾ ਲੱਗ ਵੀ ਗਿਆ, ਵੈਸੇ ਤਾਂ ਬਹੁਤ ਰੇਅਰ ਚਾਂਸਿਸ ਨੇ, ਜੇ ਮੰਨ ਲਓ ਕੋਈ ਲੱਗ ਵੀ ਗਿਆ, ਇਮੀਗ੍ਰੇਸ਼ਨ ਦੇ ਜਦੋਂ ਤੁਸੀਂ ਤੇ ਤੁਹਾਡੀ ਇਮੀਗ੍ਰੇਸ਼ਨ ਹੋਣੀ ਹੈ ਕੈਨੇਡਾ ਦੀ, ਉੱਥੇ ਫੜੇਗੇ। ਹੁਣ ਕੰਸਲਟੈਂਟ ਨੇ ਕਹਿਣਾ ਮੈਂ ਤਾਂ ਵੀਜ਼ਾ ਲਵਾਤਾ ਜੀ, ਮੇਰਾ ਕੰਮ ਖਤਮ ਹੋ ਗਿਆ। ਆਖਰ ਕੈਨੇਡਾ ਦੇ ਵਿੱਚ ਪਹੁੰਚਿਆ ਕਿ ਨਹੀਂ ਪਹੁੰਚਿਆ, ਅੱਛਾ ਪਹੁੰਚਣ ਤੋਂ ਬਾਅਦ ਕੀ ਗਰੰਟੀ ਹੈ ਕਿ ਉਹਨੂੰ ਪੁਲਿਸ ਨਹੀਂ ਫੜ ਸਕਦੀ। ਸੋ ਜਦੋਂ ਜੈਨੂਨ ਕੰਮ ਕਰਦੇ ਆ ਤਾਂ ਰਾਤੀ ਨੀਂਦ ਵੀ ਸੋਹਣੀ ਆਉਂਦੀ ਹੈ, ਨਹੀਂ ਤੇ ਬਸ ਇਹੀ ਧੜਕੂ ਲੱਗਿਆ ਰਹਿੰਦਾ ਕਿ ਕੋਈ ਪੁਲਿਸ ਨਾ ਆ ਜਾਵੇ, ਸਾਨੂੰ ਕੋਈ ਫੜ ਨਾ ਲਵੇ। ਤਾਂ ਉਹ ਚੀਜ਼ਾਂ ਤੋਂ ਸਾਨੂੰ ਬਚਾ ਰੱਖਣਾ ਚਾਹੀਦਾ ਹੈ। ਲਾਸਟ 3-4 ਮਿੰਟ 'ਚ ਗੱਲ ਕਰਦੇ ਹਾਂ ਕਿ ਰਿਫਿਊਜ਼ਲਸ ਦੇ ਜਿਹੜੇ ਕੇਸਿਸ ਨੇ ਉਹ ਕਿਵੇਂ ਸੋਲਵ ਕਰੀਏ। ਮੰਨ ਲਓ ਕਿਸੇ ਵੀ ਮੇਰੇ ਫਰੈਂਡਸ ਦੀ ਰਿਫਿਊਜ਼ਲ ਆ ਗਈਆਂ, 2 ਆ ਗਈਆਂ, 3 ਆ ਗਈਆਂ, ਬਾਰ-ਬਾਰ ਆਪਾਂ ਅਪਲਾਈ ਕਰਦੇ ਪਏ ਰਿਫਿਊਜ਼ਲਸ ਆ ਰਹੀਆਂ ਨੇ। ਉਹਦਾ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈਗਾ, ਕੋਈ ਡਰਨ ਘਬਰਾਉਣ ਦੀ ਗੱਲ ਨਹੀਂ ਹੁੰਦੀ। ਸਭ ਤੋਂ ਪਹਿਲਾ ਤਰੀਕਾ ਹੈ ਕੇਪਸ ਨੋਟਸ। ਜਿਵੇਂ ਮੈਂ ਲਾਸਟ ਆਪਣੀ ਵੀਡੀਓ ਦੱਸਿਆ ਸੀ ਕਿ CAIP ਹੈ ਜਿਹੜੀ ਇੱਕ ਕੰਪਿਊਟਰ ਅਸਿਸਟਡ ਇਮੀਗ੍ਰੇਸ਼ਨ ਪ੍ਰੋਸੈਸਿੰਗ ਸਿਸਟਮ ਹੈ। ਇਹਦੇ ਵਿੱਚ ਬਹੁਤ ਘੱਟ ਫੀਸ ਹੈ। ਜੇ ਤੁਸੀਂ ਗੂਗਲ ਕਰੋਗੇ CAIPS ਜਾਂ ਇਹਨੂੰ GCMS ਕਰੋ, ਇਹ ਐਕਚੁਅਲੀ ਜਿਹੜਾ ਗਲੋਬਲ ਦਾ ਜਿਹੜਾ ਸਿਸਟਮ ਹੈ, ਇਹ GCMS ਜਿਹੜਾ ਹੈਗਾ ਨਾ, ਇਹ ਇੱਕ ਗਲੋਬਲ ਕੋਰ ਮੈਨੇਜਮੈਂਟ ਸਿਸਟਮ ਹੁੰਦਾ ਜਿਹਦੇ ਵਿੱਚ ਤੁਸੀਂ ਆਪਣੇ ਰਿਫਿਊਜ਼ਲ ਦੇ ਕਾਰਨ ਕੀ ਨੇ, ਚਾਹੇ ਕੇਪਸ ਨੋਟਸ ਹੈ GCMS ਇੱਕੋ ਗੱਲ ਹੁੰਦੀ ਹੈ, ਤੁਹਾਡੇ ਕਾਰਨ ਕੀ ਨੇ ਕਿ ਵੀ ਇਹ ਰਿਫਿਊਜ਼ਲ ਕਿਉਂ ਆਈ ਹੈ, ਤੇ ਜਿਹੜੇ ਡਾਕੂਮੈਂਟ ਤੁਹਾਡੇ ਰਿਫਿਊਜ਼ਲ 'ਚ ਹੋਣਗੇ ਉਹ ਤੁਸੀਂ ਸੋਲਵ ਕਰ ਲਓ। ਤੁਹਾਡੀ ਮੰਨ ਲਓ ITR ਹੋ ਲੱਗਦਾ ਘੱਟ ਹੈਗੀ, ITR ਆਪਣੀ ਅਗਲੇ ਸਾਲ ਦੇ ਲਈ ਠੀਕ ਬਣਾ ਲਓ। ਤੁਹਾਨੂੰ ਲੱਗਦਾ ਕਿ ਬੈਂਕ ਦੇ ਵਿੱਚ 2-3 ਲੱਖ ਪਾਇਆ ਸੀ, ਤੁਹਾਨੂੰ 5-7 ਲੱਖ ਪਾਈ ਜਾ, ਹੁਣ ਬੈਂਕਿੰਗ ਹੋਰ ਪਾ ਸਕਦੇ ਹੋ ਤੁਸੀਂ, ਫਾਈਨਾਂਸ ਆਪਣਾ ਵਧਾ ਲਓ। ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਪ੍ਰਾਪਰਟੀ ਹੈ ਨਹੀਂ, ਤੁਸੀਂ ਵਾਪਸ ਆਉਣ ਦੀ ਤੁਹਾਡੀ ਇੰਟੈਂਸ਼ਨ ਹੀ ਮਾੜੀ ਹੈ, ਤੁਸੀਂ ਵਾਪਸ ਆਣਾ ਹੀ ਨਹੀਂ ਹੈ, ਤਾਂ ਉਹਦੇ ਕਾਰਨ ਵੀ ਤੁਸੀਂ ਆਪਣਾ ਕੋਈ ਪ੍ਰਾਪਰਟੀ, ਕੋਈ ਪਲਾਟ, ਮਕਾਨ, ਦੁਕਾਨ ਲਵੋ। ਸੋ ਕਹਿਣ ਦਾ ਮਕਸਦ ਇਹ ਹੋਇਆ ਕਿ ਰਿਫਿਊਜ਼ਲ ਜੇ ਆ ਵੀ ਗਈ ਤਾਂ ਕੋਈ ਗੱਲ ਨਹੀਂ। ਰਿਫਿਊਜ਼ਲ ਆਉਂਦੀ ਹੈ ਕਿ ਇੱਕ ਗ੍ਰੀਨ ਸਿਗਨਲ ਹੈ, ਕੋਈ ਨੈਗੇਟਿਵ, ਕਈ ਲੋਕ ਨੈਗੇਟਿਵ ਹੋ ਜਾਂਦੇ ਕਿ ਲੈ ਵੀ ਹੁਣ ਦੇਖੋ ਇੱਕ ਬਾਲ ਚਲੀ ਗਈ ਤਾਂ ਦੂਜੀ ਤਾਂ ਦੁਬਾਰਾ ਫਿਰ ਆਏਗੀ ਨਾ, ਉਹਨੂੰ ਖੇਡ ਲਓ। ਪਹਿਲੀ ਨਹੀਂ ਖੇਡੀ ਆਪਾਂ ਉਹਨੂੰ ਥੋੜਾ ਉੱਤੇ ਸੌਰੀ ਫੀਲ ਕਰੀ ਜਾਂ ਕਿ ਲੈ ਮੈਨੂੰ ਪਹਿਲੀ ਬਾਲ ਖੇਲੀ ਨਹੀਂ ਆਈ, ਇਸ ਲਈ ਪਹਿਲਾਂ ਰਿਫਿਊਜ਼ ਹੋ ਕੇ ਕੋਈ ਗੱਲ ਨਹੀਂ। ਰਿਫਿਊਜ਼ਲ ਦੇ ਲਈ ਕੇਪਸ ਨੋਟਸ ਕਰੋ, ਹਜ਼ਾਰਾਂ ਦੇ ਵਿੱਚ, ਬਲਕਿ ਤੁਸੀਂ 2-2.5 ਹਜ਼ਾਰ ਦੇ ਵਿੱਚ ਤੁਹਾਡੇ ਕੇਪਸ ਨੋਟਸ ਆ ਜਾਣਗੇ। ਤੁਹਾਡੀ ਅਸੀਂ ਹੈਲਪ ਕਰ ਦਾਂਗੇ, ਮਾਈਵੀਜ਼ ਤੁਹਾਡੀ ਹੈਲਪ ਕਰ ਦੇਗਾ। ਤੁਸੀਂ ਕੇਪਸ ਨੋਟ ਕਰਵਾ ਲਓ, ਤੁਹਾਡੇ ਕੀ ਡਾਕੂਮੈਂਟ ਦੇ ਵਿੱਚ ਕਮੀ ਹੈ ਉਹ ਪੂਰੇ ਕਰ ਲਓ। तो मैनू लगता कि थोड़ा नैक्सट टाइम कोई ऐसा रिफ्यूजल्स का कोई केस हो सकता है। हाँ, एक गल ध्यान रखियो कि जो तुहानू वीज़ा लगता है विजिटर वीज़ा, तो कोशिश ये करो, वैसे कोशिश करनी है कि कन्फर्मड है कि उत्थे जाके काम ना करो। हाँ, जो काम करना है
ਉੱਥੇ ਜਾ ਕੇ ICCRC ਜਿਹੜੇ ਮੈਂਬਰ ਨੇ ਕੈਨੇਡਾ ਦੇ ਕਾਨੂੰਨ ਦੇ ਅਧੀਨ ਉੱਥੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਉੱਥੇ ਤੁਸੀਂ ਕੋਈ ਵੀ ਅੱਗੋਂ ਤੁਹਾਨੂੰ ਉੱਥੋਂ ਦੇ ਜਿਹੜੇ ਲਾਇਰਸ ਐਂਡ ਐਡਵੋਕੇਟਸ ਹੈਗੇ ਨੇ ਤੁਹਾਨੂੰ ਜੋ ਗਾਈਡ ਕਰਦੇ ਨੇ ਉਹਦੇ ਮੁਤਾਬਕ ਤੁਸੀਂ ਉੱਥੇ ਜਾ ਕੇ ਜੇ ਆਪਣਾ ਕੋਈ ਸਟੇਟਸ ਚੇਂਜ ਕਰਨਾ ਚਾਹੁੰਦੇ ਹੋ ਤਾਂ ਉਹ ਕਰ ਸਕਦੇ ਹੋ। ਸੋ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਪੂਰਾ 5:30 ਹੋ ਗਏ ਨੇ। ਔਰ ਅਗਲੀ ਵਾਰੀ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਕਿ ਆਪਾਂ ਹੁਣ ਜਿਵੇਂ ਸੀਰੀਜ਼ ਸ਼ੁਰੂ ਕੀਤੀ, ਲਾਸਟ ਟਾਈਮ ਮੈਂ ਗੱਲ ਕੀਤੀ ਸੀ ਕੈਨੇਡਾ ਦੇ ਸਟੱਡੀ ਵੀਜ਼ਾ ਦੀ, ਅੱਜ ਗੱਲ ਕੀਤੀ ਹੈ ਕੈਨੇਡਾ ਦੇ ਵਿਜ਼ਟਰ ਵੀਜ਼ਾ ਦੀ, ਔਰ ਅਗਲੀ ਵਾਰੀ ਗੱਲ ਕਰਾਂਗੇ ਆਪਾਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੀ। ਔਰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਆਲਮੋਸਟ ਕੈਨੇਡਾ ਦੇ ਬਰਾਬਰ ਹੀ ਆ, ਤੋ ਬੜੀ ਹੌਟ ਡੈਸਟੀਨੇਸ਼ਨ ਰਹੀ ਹੈ ਆਸਟ੍ਰੇਲੀਆ, ਬੜਾ ਵਧੀਆ ਸਿਸਟਮ ਹੈ ਉਹਨਾਂ ਦਾ। ਔਰ ਜਿਹੜੇ ਮੇਰੇ ਫਰੈਂਡਸ ਜਾਣਾ ਚਾਹੁੰਦੇ ਨੇ ਅਗਲੀ ਵਾਰੀ ਮੇਰੇ ਨਾਲ ਕਨੈਕਟਡ ਰਹੀਓ, ਔਰ ਮੈਂ ਅਗਲੀ ਵਾਰੀ ਸ਼ੁੱਕਰਵਾਰ ਨੂੰ 5 ਵਜੇ ਫਿਰ ਤੁਹਾਡੇ ਨਾਲ ਇੰਟਰੈਕਟਡ ਹੋਵਾਂਗਾ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।